ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਸਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਜੀਐਨ ਲੀਬਲ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਨਸ਼ਾ ਤਸਕਰਾਂ ਤੋਂ। ਮਾਨ ਸਰਕਾਰ ਨੇ ਸੁਣਦਿਆਂ ਵੀ ਇਹਨਾਂ ਤੇ ਵੱਡਾ ਪਲਟਵਾਰ ਕੀਤਾ ਜੀ ਬਿਲਕੁਲ। ਅੱਜ ਕਹਿ ਲੋ ਕਿ ਬੜਾ ਅਣਕਿਆਸਿਆ ਜਿਹਾ ਮੂਵ ਸੀਗਾ ਪੁਲਿਸ ਦਾ। ਇਹਨਾਂ ਨੇ ਇੱਕ ਬਦਨਾਮ ਤਸਕਰ ਆ ਬਿੱਲਾ ਜੀ, ਵੇਲੀਆਂ ਵਾਲਾ, ਇੱਥੋਂ ਦਾ ਮਾਝੇ ਦਾ, ਉਹਨੂੰ ਇਹਨਾਂ ਨੇ ਠੀਕ ਉਸੇ ਤਰ੍ਹਾਂ ਹੀ ਹਿਰਾਸਤ ਦੇ ਵਿੱਚ ਲਿਆ ਜਿਸ ਤਰ੍ਹਾਂ ਅਮਰਤਪਾਲ ਸਿੰਘ ਅਤੇ ਸਾਥੀਆਂ ਨੇ ਲਿਆ ਸੀ। ਠੀਕ ਹੈ ਜੀ। ਮਤਲਬ ਕੋਈ ਤੁਲਨਾ ਨਹੀਂ, ਪਰ ਇੱਕ ਤਰੀਕਾ ਹੈ। ਅਤੇ ਡਿਬਰੂਗੜ੍ਹ ਭੇਜ ਦਿੱਤਾ ਹੈ। ਇਹ ਪਹਿਲਾ ਮਾਮਲਾ ਹੈ ਪੰਜਾਬ ਦੇ ਵਿੱਚੋਂ ਜਦੋਂ ਇੱਕ ਤਸਕਰ ਨੂੰ, ਜਿਹਦੇ ਤੇ 15 ਤੋਂ ਵੱਧ ਮੁਕੱਦਮੇ ਦਰਜ ਨੇ, ਡੀਜੀਪੀ ਨੇ ਅਜਿਹੀ ਜਾਣਕਾਰੀ ਦਿੱਤੀ ਹੈ ਕਿ ਵਾਰ-ਵਾਰ ਪਾਕਿਸਤਾਨ ਤੋਂ ਡਰੱਗ ਇੰਪੋਰਟ ਕਰ ਰਿਹਾ ਸੀਗਾ। ਕਥਿਤ ਤੌਰ ਤੇ ਇਹ ਦਾਵਾ ਹੈ ਡੀਜੀਪੀ ਦਾ, ਮੇਰਾ ਨਹੀਂ ਹੈ। ਉਹ ਕਹਿੰਦੇ ਆ ਕਿ ਫਿਰ ਐਨਸੀਬੀ ਤੇ ਇਹਨਾਂ ਜੁਆਇੰਟਲੀ ਆਪਰੇਸ਼ਨ ਅੰਜਾਮ ਦੇ ਕੇ, ਹੁਣ ਸੁਣੀ ਜਾਇਓ, ਜੁਆਇੰਟਲੀ ਆਪਰੇਸ਼ਨ ਅੰਜਾਮ ਦੇ ਕੇ, ਐਨਸੀਬੀ ਤੁਹਾਨੂੰ ਪਤਾ ਸੈਂਟਰਲ ਦੀ ਏਜੰਸੀ ਹੈ, ਨਾਰਕੋਟਿਕਸ ਕੰਟਰੋਲ ਬਿਊਰੋ, ਤਾਂ ਉਹ ਕਿਤੇ ਵੀ ਦੇਸ਼ ਭਰ ਦੇ ਵਿੱਚ ਕਿਤੇ ਵੀ ਆਪਰੇਸ਼ਨ ਚਲਾ ਸਕਦੀ ਹੈ। ਤੇ ਤੁਹਾਨੂੰ ਪਤਾ ਹੀ ਆ ਅਮਿਤ ਸ਼ਾਹ ਨੇ ਪੰਜਾਬ ਦੇ ਸੰਦਰਭ ਚ ਨਾ ਸਿਰਫ ਬਿਆਨ ਦਿੱਤਾ ਸੀਗਾ, ਬਲਕਿ ਇੱਥੇ 2 ਆਫਿਸ ਖੋਲ ਦਿੱਤੇ ਸੀ। ਸੋ ਇਸ ਕਰਕੇ ਆਪਾਂ ਪਹਿਲਾਂ ਵੀ ਵਿਚਾਰਿਆ ਸੀਗਾ ਕਿ ਅਮਿਤ ਸ਼ਾਹ ਦਾ ਬਿਆਨ ਜਿਹੜਾ ਹੈ ਉਹ ਇੱਕ ਦਿਨ ਅਮਲ 'ਚ ਜ਼ਰੂਰ ਆਏਗਾ, ਐਸੀ ਸੰਭਾਵਨਾ ਹੈ। ਤਾਂ ਉਹ ਤੁਸੀਂ ਸਮਝ ਲਓ ਕਿ ਕੰਮ ਸ਼ੁਰੂ ਹੋ ਗਿਆ। ਤਾਂ ਮੁੱਢਲੇ ਤੌਰ ਤੇ ਦੱਸਦੇ ਆ ਕਿ ਅਜਿਹੇ ਬੰਦਿਆਂ ਦੀ ਸੂਚੀ ਪੰਜਾਬ ਪੁਲਿਸ ਕੋਲ 100 ਆ। ਠੀਕ ਹੈ ਜੀ। ਯਾਨੀ ਇੱਕ 100 ਨੂੰ ਫੜਨਾ ਤੇ ਡਿਬਰੂਗੜ੍ਹ ਭੇਜ ਦੇਣਾ ਜੀ। ਠੀਕ ਹੈ। ਇਸੇ ਤਰ੍ਹਾਂ ਇਹਦੇ 'ਚ ਕੋਈ ਐਕਸਟਰਾ ਮੁਕੱਦਮਾ ਨਹੀਂ ਦਰਜ ਕਰਨਾ। ਮੈਂ ਉਹੀ ਤੁਹਾਨੂੰ ਸਮਝਾ ਰਿਹਾ ਸੀਗਾ, ਮਾਫ ਕਰਨਾ, ਕੋਈ ਨਾ ਸੋਚੇ ਮੈਂ ਤੁਲਨਾ ਕਰ ਰਿਹਾ ਡਿਬਰੂਗੜ੍ਹ ਦੇ ਬੰਦੀਆਂ ਦੀ ਇੱਧਰ ਤਸਕਰਾਂ ਦੇ ਨਾਲ। ਹਾਂਜੀ ਹਾਂਜੀ। ਤਾਂ ਐਨਡੀਪੀਐਸ ਦੇ ਵਿੱਚ ਇੱਕ ਧਾਰਾ ਹੈ, ਉਸ ਧਾਰਾ ਨੂੰ ਇਸਤੇਮਾਲ ਕਰਦੇ ਆ, ਮਤਲਬ ਕਿ ਉਹ ਤਾਕਤ ਦਿੰਦਾ ਹੈ ਕਿ ਜੇਕਰ ਕੋਈ ਬੰਦਾ ਹਟਦਾ ਹੀ ਨਹੀਂ, ਪੀਆਈਟੀ ਐਨਡੀਪੀਐਸ 3 ਉਪਬੰਧ 1, ਉਹਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੇ ਕੋਈ ਹਟਦਾ ਨਹੀਂ, ਮਤਲਬ ਕਿ ਵਾਰ-ਵਾਰ ਉਹ ਨਸ਼ੇ ਦਾ ਵਪਾਰ ਕਰਦਾ ਹੈ, ਤਾਂ ਉਸ ਨੂੰ ਆਗਾਹੂ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ। ਹੋ ਗਿਆ ਨਾ ਮਾਮਲਾ ਵੈਸਾ ਹੀ। ਯਾਨੀ ਇਹ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦਾ ਜੁਆਇੰਟਲੀ ਆਪਰੇਸ਼ਨ ਹੋ ਗਿਆ। ਇਹਦੇ ਵਿੱਚ ਠੀਕ ਵੈਸਾ ਹੀ ਪ੍ਰਬੰਧ ਹੈ ਕਿ ਇਹਦੇ 'ਚ ਇੱਕ ਕਮੇਟੀ ਬਣਾ ਦਿੱਤੀ ਜਾਂਦੀ ਹੈ, ਜਿਵੇਂ ਐਨਐਸਏ ਦੇ ਜਿਹੜੇ ਬੰਦੀ ਹੈ ਉਹਨਾਂ ਵਾਸਤੇ ਇੱਕ ਕਮੇਟੀ ਹੁੰਦੀ ਹੈ ਕਿ ਤੁਸੀਂ ਉਹਦੇ ਕੋਲ ਜਾਓ, ਜੇ ਨਹੀਂ ਤਾਂ ਹਾਈ ਕੋਰਟ ਜਾਓ। ਤਾਂ ਇਹਦੇ ਵਿੱਚ ਵੀ 3 ਤੋਂ 6 ਮਹੀਨੇ ਹਿਰਾਸਤ 'ਚ ਲਿਆ ਜਾ ਸਕਦਾ ਹੈ। ਤਾਂ ਇਹ ਹੁਣ ਪਤਾ ਨਹੀਂ ਹੈ ਕਿ ਇਹਨਾਂ ਨੇ ਬਈ ਨਵਾਂ ਜਿਹੜਾ ਲਿਆਂਦਾ BNS ਉਹ ਇਸਤੇਮਾਲ ਕੀਤਾ ਹੈ ਜਾਂ ਪੁਰਾਣੇ 'ਚ ਪ੍ਰਬੰਧ ਸੀ, ਇਹ ਮੈਨੂੰ ਕਲੈਰਿਟੀ ਨਹੀਂ ਹੈਗੀ, ਮਾਫ ਕਰਨਾ। ਪਰ ਇਹ ਧਾਰਾ ਦਾ ਇਸਤੇਮਾਲ ਕਰਦੇ ਆ, ਇਹਨਾਂ ਨੂੰ 3 ਤੋਂ 6 ਮਹੀਨੇ ਕਿਸੇ ਵੀ ਵਿਅਕਤੀ ਨੂੰ ਹਿਰਾਸਤ 'ਚ ਰੱਖਣ ਦੀ ਤਾਕਤ ਹੈ। ਮਤਲਬ ਕਿ ਮਾਮਲਾ ਜੁੜ ਗਿਆ ਨਾ ਵੈਸਾ ਹੀ।
ਤੇ ਇਹਦੇ ਚ ਜਿਹੜੀ ਗੱਲ ਮੈਂ ਸੁਣੀ ਆ, ਦੇਖੋ ਪਤਾ ਨਹੀਂ ਉਹਦੇ ਚ ਕਿੰਨੀ ਕੁ ਸੱਚਾਈ ਆ, ਜਿੰਨਾ ਕੁ ਪਤਾ ਲੱਗਿਆ ਕਿ ਅਮਰਤਪਾਲ ਸਿੰਘ ਹੋਰਾਂ ਨੂੰ ਫੜਨ ਤੋਂ ਪਹਿਲਾਂ ਜੀ ਇਹਨਾਂ ਨੇ ਇੱਕ ਜਦੋਂ NSA ਬਾਬਤ ਸਭ ਕੁਝ ਸੈਟਅਪ ਕੀਤਾ ਸੀਗਾ, ਮਤਲਬ ਕਿ ਸਾਰੀਆਂ ਚੀਜ਼ਾਂ ਤੈਅ ਕਰ ਲਈਆਂ ਸੀਗੀਆਂ ਜਨਵਰੀ ਫਰਵਰੀ ਚ ਹੀ, ਤਾਂ ਉਦੋਂ ਹੀ ਇਸ ਸਾਰੇ ਤਾਲਮੇਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਤੁਹਾਨੂੰ ਯਾਦ ਹੋਣਾ ਹੈ ਜੋ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਤੇ ਕ੍ਰੈਕਡਾਊਨ ਹੋਇਆ ਸੀ, ਉਸ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਮਿਲੇ ਸਨ ਭਗਵੰਤ ਮਾਨ, ਯਾਦ ਕਰੋ, ਇੱਕ ਮੀਟਿੰਗ ਹੋਈ ਸੀ ਜੀ ਜੀ। ਤਾਂ ਸਮਝਿਆ ਜਾਂਦਾ ਹੈ ਕਿ ਉਸ ਮੀਟਿੰਗ 'ਚ ਇਹ ਸਭ ਕੁਝ ਤੈਅ ਹੋ ਗਿਆ ਸੀਗਾ ਕਿ ਇਸ ਮਾਮਲੇ ਦੇ ਵਿੱਚ ਵੀ ਇਦਾਂ ਹੀ ਕੀਤਾ ਜਾਏਗਾ। ਤੇ ਦੱਸਦੇ ਕਿ ਮਾਨ ਸਾਹਿਬ ਨੂੰ ਜਦੋਂ ਉਧਰੋਂ ਹਰੀ ਝੰਡੀ ਮਿਲ ਗਈ, ਫਿਰ ਮਾਨ ਸਾਹਿਬ ਨੇ ਇਧਰੋਂ ਹਰੀ ਝੰਡੀ ਦੇ ਦਿੱਤੀ, ਤੇ ਜੋ ਹਸ਼ੀਬੁਲ ਹੁਸਨੈਨ ਹੈਗੇ ਨੇ ਸਾਬਕਾ ਜਸਟਿਸ, ਉਹਨਾਂ ਦੀ ਅਗਵਾਈ 'ਚ ਕਮੇਟੀ ਵੀ ਬਣ ਗਈ। ਇਸ ਗੱਲ ਦਾ ਮੈਨੂੰ ਅੱਜ ਪਤਾ ਲੱਗਾ, ਸੱਚ ਜਾਣੇ, ਤੁਹਾਨੂੰ ਪਤਾ ਹੋਏਗਾ ਤੇ ਮੈਨੂੰ ਨਹੀਂ ਪਤਾ ਜੀ, ਪਰ ਮੈਨੂੰ ਪੰਜਾਬ 'ਚ ਬੈਠੇ ਹਾਂ ਤੇ ਪੱਤਰਕਾਰਤਾ 'ਚ ਵੀ ਅੱਛਾ ਖਾਸਾ ਅਰਸਾ ਹੋ ਗਿਆ, ਪਰ ਮੈਂ ਖੁਦ ਇਸ ਗੱਲ ਤੋਂ ਅਣਜਾਣ ਸਾਂ। ਮੈਂ ਇਸ ਗੱਲ ਨੂੰ ਤਸਲੀਮ ਕਰਾਂਗਾ, ਮੰਨਾਂਗਾ, ਮੈਨੂੰ ਨਹੀਂ ਸੀ ਪਤਾ ਕਿ ਇੱਕ ਕਮੇਟੀ ਵੀ ਬਣਾ ਦਿੱਤੀ ਗਈ। ਯਾਨੀ ਸਾਰਾ ਕੁਝ ਜਦੋਂ ਹੋ ਗਿਆ, ਸਾਰਾ ਤੰਤਰ ਬਣਾ ਲਿਆ ਇਹਨਾਂ ਨੇ, ਸਭ ਕੁਝ ਕਰਕੇ ਉਸ ਤੋਂ ਬਾਅਦ ਇਹ ਸ਼ੁਰੂਆਤ ਹੋਈ। ਇੱਕ ਗੱਲ ਹੋ ਰਿਹਾ, BSF ਕੋਲ ਵੀ ਦੱਸਦੇ ਆ ਕਿ ਕੁਝ ਬੰਦਿਆਂ ਦੀ ਸੂਚੀ ਆ, ਕੋਈ ਕਹਿੰਦਾ ਕਿ 100 ਦੀ ਆ, ਕੋਈ ਕਹਿੰਦਾ 50 ਦੀ, ਕੋਈ ਕਹਿੰਦਾ 75 ਦੀ। ਮਤਲਬ ਕਿ BSF ਨੇ ਲਹਿਦਾ ਤੌਰ ਤੇ ਜੋ ਕ੍ਰਾਸ ਬਾਰਡਰ ਇਹ ਚੱਲਦਾ ਨਾ ਨਾਰਕੋ ਟੈਰਰਿਜ਼ਮ ਜਿਸ ਨੂੰ ਕਹਿੰਦੇ ਆ ਆਪਾਂ, ਕਿ ਉਹਦੇ ਤੇ ਵੀ ਕੰਮ ਕਰਦੇ ਆ, ਵਰਕਆਊਟ ਕਰਦੇ ਆ, ਕੁਝ ਬੰਦਿਆਂ ਦੀ ਸੂਚੀ ਬਣਾ ਲਈ ਹੈ। ਤੁਹਾਨੂੰ ਪਤਾ ਨਾ ਉਹਨਾਂ ਦਾ ਅਧਿਕਾਰ ਖੇਤਰ ਵੀ 50 ਕਿਲੋਮੀਟਰ ਦਾ ਹੈ। ਜੀ ਜੀ ਬਿਲਕੁਲ, ਠੀਕ ਹੈ ਨਾ ਜੀ। ਤੋਂ ਇੱਕ ਸੂਚੀ ਉਹਨਾਂ ਦੀ ਵੀ ਹੋਏਗੀ। ਇਹਦਾ ਮਤਲਬ ਹੈ ਕਿ ਦਰਜਨਾਂ ਬੰਦੇ ਜਿਹੜੇ ਆ ਡਿਬਰੂਗੜ੍ਹ ਭੇਜੇ ਜਾ ਸਕਦੇ ਹੈ। ਅੱਛਾ, ਇਹ ਤੇ ਹੋ ਗਿਆ ਜੋ ਇਹਨਾਂ ਨੇ ਮੁਹਿੰਮ ਚਲਾਈ ਆ। ਇਹਦੇ ਵਿੱਚ ਕੁਝ ਸਵਾਲਾਤ ਵੀ ਉੱਠ ਰਹੇ ਨੇ, ਜਿਵੇਂ ਕਾਂਗਰਸ ਤੇ ਇੱਕ ਬੁਲਾਰੇ ਨੇ ਕਿਹਾ ਕਿ ਦੇਖੋ ਸਿੱਧੀ ਕੇਂਦਰ ਦੀ ਦਖਲਅੰਦਾਜ਼ੀ ਹੈ। ਆਮ ਆਦਮੀ ਪਾਰਟੀ ਕਹਿੰਦੀ ਕਿ ਭਾਈ ਗੱਲ ਇਹ ਆ ਕਿ NCB ਜਦੋਂ ਕਰ ਸਕਦਾ ਤਾਂ ਫਿਰ ਸਾਡਾ ਜੁਆਇੰਟਲੀ ਆਪਰੇਸ਼ਨ ਹੈ। ਤੁਸੀਂ ਆਪੇ ਤੇ ਕਹਿੰਦੇ ਹੋ ਕਿ ਨਸ਼ੇ ਤੇ ਅਸੀਂ ਕਾਰਵਾਈ ਨਹੀਂ ਕਰਦੇ, ਤਾਂ ਇਹਦੇ ਚ ਕੀ ਸਿਆਸੀ ਤੀਰ ਵੀ ਤਾਂ ਛੱਡ ਦਿੱਤਾ ਨਾ ਮਾਨ ਸਾਹਿਬ ਨੇ 4 ਜ਼ਿਮਨੀ ਚੋਣਾਂ ਤੋਂ ਪਹਿਲਾਂ। ਹੁਣ ਕੋਈ ਇਹਦੇ ਤੇ ਖੁੱਲ ਕੇ ਵਿਰੋਧ ਨਹੀਂ ਕਰ ਸਕਦਾ ਪ੍ਰਵੀਨ ਜੀ, ਆਪਾਂ ਵੀ ਨਹੀਂ ਕਰ ਸਕਦੇ, ਕਿਉਂਕਿ ਅਸੀਂ ਵੀ ਕਹਿੰਦੇ ਹਾਂ ਕਿ ਜੇ ਅਮਰਤਪਾਲ ਸਿੰਘ ਜਾਂ ਪ੍ਰਧਾਨ ਮੰਤਰੀ ਨੂੰ ਤੁਸੀਂ ਚੁੱਕ ਕੇ ਡਿਬਰੂਗੜ੍ਹ ਸੁੱਟ ਸਕਦੇ ਹੋ, ਤੇ ਜਿਹੜੇ ਇੱਥੇ ਜਵਾਨੀ ਗਾਲਦੇ ਉਹਨਾਂ ਨੂੰ ਕਿਉਂ ਨਹੀਂ? ਆਪਾਂ ਤੇ ਖੁਦ ਕਹਿੰਦੇ ਹਾਂ ਜੀ ਸਖਤੀ ਕਰੋ। ਤਾਂ ਹੁਣ ਆਪਾਂ ਕਿਹੜੇ ਮੂੰਹ ਨਾਲ, ਕਿਹੜੀ ਜ਼ਮੀਰ ਨਾਲ ਆਪਾਂ ਵਿਰੋਧ ਕਰਾਂਗੇ? ਪਰ ਇਹਦੇ ਚ ਇਹ ਆ ਕਿ ਇੱਕ ਤੇ ਸਿਆਸੀ ਤੌਰ ਤੇ ਫਸਾ ਲਿਆ, ਦੂਜਾ ਇਹ ਆ ਕਿ ਲੋਕਾਂ ਨੂੰ ਵੀ ਇੱਕ, ਜਿਵੇਂ ਹੁਣ ਆਮ ਤੌਰ ਤੇ ਅੰਕੜੇ ਪੜ੍ਹੇ ਜਾਂਦੇ ਨੇ ਪ੍ਰਵੀਨ, ਜਾਂ ਹਵਾਲੇ ਦਿੱਤੇ ਜਾਂਦੇ ਸੀ, ਇਹ ਕਰ ਦਿੱਤਾ ਸੀ, ਉਹ ਕਰ ਦਿੱਤਾ, ਲੋਕ ਉਸ ਗੱਲ ਤੇ ਕੰਨ ਨਹੀਂ ਧਰਦੇ। ਜਦੋਂ ਕੋਈ ਵੱਖਰੀ ਕਿਸਮ ਦਾ ਐਕਸ਼ਨ ਨਜ਼ਰ ਆਉਂਦਾ, ਉਹ ਤੇਰਾ ਭਲਾ ਹੋ ਜੀ, ਆਹ ਤਾਂ ਪਹਿਲੀ ਵਾਰੀ ਹੋਇਆ, ਉਹ ਜੋ ਇੰਪੈਕਟ ਜਾਂਦਾ ਹੈ ਨਾ, ਜੋ ਕਿਸੇ ਦੀ ਸੋਚ ਤੇ ਪ੍ਰਭਾਵ ਜਾਂਦਾ, ਉਹ ਛੱਡਣ ਦਾ ਯਤਨ ਕੀਤਾ ਜਾਂਦਾ। ਯਾਨੀ ਇੱਕ ਤੀਰ ਨਾਲ 2 ਨਿਸ਼ਾਨੇ, ਵਿਰੋਧੀਆਂ ਨੂੰ ਫਸਾ ਲਿਆ, ਹੁਣ ਤੁਸੀਂ ਵਿਰੋਧ ਨਹੀਂ ਕਰ ਸਕਦੇ ਖੁੱਲ੍ਹ ਕੇ। ਹਾਂ, ਸਾਡੇ ਵਰਗੇ ਇਹ ਜ਼ਰੂਰ ਦਲੀਲ ਦੇ ਸਕਦੇ ਆ ਕਿ ਭਾਈ ਗੱਲ ਇਹ ਆ, ਫਰਜ਼ ਕਰੋ ਪ੍ਰਵੀਨ ਜੀ ਮੈਂ ਕੰਮ ਕਰਦਾ ਮੰਦਾ ਚੰਗਾ ਜੀ, ਮੇਰਾ ਬੱਚਾ ਵੱਡਾ ਹੋ ਰਿਹਾ, ਮੈਨੂੰ ਇੱਕ ਦਿਨ ਸੋਝੀ ਆਈ ਹੈ ਕਿ ਮੈਂ ਯਾਰ ਇਹ ਛੱਡਣਾ, ਅੱਛਾ ਨਹੀਂ ਚਲੋ ਦੇਰ ਨਾਲ ਸਹੀ, ਤਾਂ ਮੈਨੂੰ ਛੱਡੇ ਨੂੰ 2 ਸਾਲ ਹੋ ਗਏ, ਪਰ ਉਸ ਤੋਂ ਪਹਿਲਾਂ ਮੁਕੱਦਮੇ ਮੇਰੇ ਤੇ 10-12 ਨੇ। ਜੋ ਕਾਗਜ਼ ਬਣਾ ਕੇ ਚੁੱਕ ਕੇ ਡਿਬਰੂਗੜ੍ਹ ਸੁੱਟਿਆ ਜਾਂਦਾ, ਤੇ ਉਹ ਤੇ ਉਸ ਜਵਾਕ ਨਾਲ ਵੀ ਧੱਕਾ ਹੈ ਨਾ। ਇਸ ਪੱਖ ਤੋਂ ਜ਼ਰੂਰ ਸੋਚਣਾ ਪਵੇਗਾ ਕਿ ਕਈ ਵਾਰ ਕੀ ਹੁੰਦਾ ਕਿ ਪੁਲਿਸ ਠੀਕ ਹੈ ਕੋਈ ਮਾਮਲਾ ਜੈਨੂਅਨ ਵੀ ਹੁੰਦਾ, ਪਰ 4 ਨਜਾਇਜ਼ ਵੀ ਹੁੰਦੇ ਆ, ਉਹਦੇ ਬਿਹਾਫ ਤੇ ਕਿਸੇ ਦਾ ਕਾਗਜ਼ ਇਸ ਤਰ੍ਹਾਂ ਦਾ ਬਣ ਜਾਵੇ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਜਿਹੜੇ ਜਾਇਜ਼ ਆ, ਮੈਨੂੰ ਤੇ ਨਹੀਂ ਲੱਗਦਾ ਬਈ, ਮੈਂ ਤੇ ਨਹੀਂ ਵਿਰੋਧ ਕਰ ਸਕਦਾ ਪ੍ਰਵੀਨ ਜੀ, ਸਿੱਧੀ ਗੱਲ ਹੈ ਕਿ ਜੇ ਕੋਈ ਸਾਡੀ ਜਵਾਨੀ ਦਾ ਸਕਾ ਨਹੀਂ, ਮੇਰਾ ਕੋਈ ਸਕਾ ਨਹੀਂ, ਚਾਹੇ ਮੇਰਾ ਸਕਾ ਭਰਾ ਕਿਉਂ ਨਾ ਹੋਵੇ, ਜੇ ਕੋਈ ਐਕਸ਼ਨ, ਕਿਉਂਕਿ ਇਹ ਜ਼ਰੂਰੀ ਸੀ। ਹੁਣ ਡਰ ਤੇ ਇੱਕ ਪੈਦਾ ਹੋਏਗਾ ਨਾ ਵੱਡੇ ਮਗਰਮੱਛਾਂ ਨੂੰ, ਪਰ ਇਹ ਆ ਕਿ ਨਜਾਇਜ਼ ਨਾ ਹੋਵੇ, ਕਿਸੇ ਨਜਾਇਜ਼ ਨਾ ਹੋਵੇ। ਜੇ ਕੋਈ ਜੈਨੂਅਨ ਬੰਦਾ ਹੈ, ਕੋਈ ਮਤਲਬ ਕਿ ਵਾਕਿਆ ਕੇਸ ਜਿਹਦੇ ਬਾਰੇ ਕੋਈ ਇਨਫੋਰਮੇਸ਼ਨ, ਡਾਟਾ ਜਾਂ ਐਲੀਗੇਸ਼ਨ ਲੱਗਿਆ ਉਹਦੇ ਤੇ ਪਹਿਲਾਂ, ਹਾਂ ਜੀ ਬਿਲਕੁਲ ਪ੍ਰਵੀਨ ਜੀ, ਬਿਲਕੁਲ, ਕਿ ਉਹ ਸਾਰਾ ਕੁਝ ਉਹਦਾ ਜਿਹੜਾ ਅਸਲੀ ਹੋਵੇ, ਠੀਕ ਹੋਵੇ, ਉਹਦੇ ਤੇ ਕਾਰਵਾਈ ਕਰਨ। ਪਰ ਫਿਰ ਇੱਥੇ ਗੈਂਗਸਟਰ ਵੀ ਕਿਉਂ ਰੱਖੇ ਹੋਏ ਨੇ? ਗੈਂਗਸਟਰ ਵੀ ਕਿਉਂ ਰੱਖੇ? ਉਹ ਜੇਲ੍ਹਾਂ ਚੋਂ ਕਿਉਂ ਨੈਕਸਸ ਚਲਾ ਰਹੇ? ਫਿਰ ਤੁਸੀਂ ਉਹਨਾਂ ਨੂੰ ਵੀ ਭੇਜੋ ਵੱਖ-ਵੱਖ ਜੇਲ੍ਹਾਂ ਚ, ਤਮਿਲਨਾਡੂ ਵਗੈਰਾ ਜਾਂ ਜੇਲ੍ਹਾਂ ਚ ਤੁਸੀਂ ਕਹਿੰਦੇ ਸੀ
ਪਰ ਉਹਦੇ ਵਾਸਤੇ ਵੀ ਮੇਰੇ ਖਿਆਲ ਦੇ ਨਾਲ ਜਿੰਨੀ ਕੋਈ ਇਨਫੋਰਮੇਸ਼ਨ ਹੈ ਮੈਨੂੰ, ਕਿ ਗੋਰਸੀਆਂ ਦੇ ਵਿੱਚ ਇੱਕ ਜੇਲ੍ਹ ਬਣ ਰਹੀ ਆ। ਠੀਕ ਹੈ ਜੀ ਪ੍ਰਵੀਨ ਜੀ, ਬਹੁਤ ਜ਼ਬਰਦਸਤ ਜੇਲ੍ਹ ਬਣ ਰਹੀ ਹੈ ਗੋਰਸੀਆਂ ਲੁਧਿਆਣੇ ਦੇ ਵਿੱਚ। ਉਹ ਇੱਕ ਤਰ੍ਹਾਂ ਨਾਲ ਗੁਪਤ ਰੂਪ ਦੇ ਵਿੱਚ ਹੀ ਉਸਾਰੀ ਚੱਲ ਰਹੀ ਆ। ਠੀਕ ਤਾਂ ਹੈ। ਉਹਦੇ 'ਚ 300-400 ਬੰਦਾ ਰੱਖਿਆ ਜਾਏਗਾ, ਜਿਹੜਾ ਤੁਸੀਂ ਮਤਲਬ ਕਿ ਆਪਾਂ ਇੰਡੀਆ 'ਚ ਸ਼ਾਇਦ ਉਸ ਚੀਜ਼ ਦੀ ਕਲਪਨਾ ਨਹੀਂ ਕਰ ਸਕਦੇ, ਇਸ ਤਰ੍ਹਾਂ ਦਾ ਸਿਸਟਮ ਬਣਾ ਰਹੇ, ਜਿੰਨੀ ਕੋਈ ਜਾਣਕਾਰੀ ਆਪਣੇ ਕੋਲ ਹੈਗੀ ਹੈ। ਮਤਲਬ ਕਿ ਇਸ ਪਾਸੇ ਇਹਨਾਂ ਨੇ ਅੱਜ ਐਕਸ਼ਨ ਕੀਤਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਸਵਾਲ ਵੀ ਨੇ, ਕੁਝ ਸਹਿਮਤੀ ਵੀ ਹੈ, ਕੁਝ ਡਰ ਵੀ ਹੈ, ਤੌਖਲਾ ਵੀ ਹੈ, ਪਰ ਉਹਨਾਂ ਦੀ ਆਪਣੀ ਸਫਾਈ ਹੈ ਕਿ ਬਈ ਤੁਸੀਂ ਕਹਿੰਦੇ ਸੀ ਨਸ਼ੇ ਤੇ ਇਹ ਕ੍ਰੈਕਡਾਊਨ ਨਹੀਂ ਕਰਦੇ, ਅਸੀਂ ਹੁਣ ਵੱਡੇ ਬੰਦਿਆਂ ਤੇ ਕੀਤਾ, ਤੇ ਵੀਰ ਬਣ ਕੇ ਚੁੱਪ ਕਰਕੇ ਪਾਸੇ ਖਲੋਤੇ ਰਹੋ। ਜੀ ਜੀ ਬਿਲਕੁਲ। ਦੇਖੋ ਮਿੰਟੂ ਜੀ, ਜਿਹੜਾ ਤੁਸੀਂ ਕਿਹਾ ਨਾ ਵੀ ਲੋਕਾਂ ਦੇ ਘਰ ਉਜੜ ਰਹੇ ਆ ਜਾਂ ਕਿਸੇ ਦਾ ਸਕਾ ਨਹੀਂ ਹੈ ਤਸਕਰ, ਕਈ ਕੰਮ ਸਿਰਫ ਗੈਰ ਕਾਨੂੰਨੀ ਹੁੰਦੇ ਆ, ਇਹ ਨਾਲ ਗੈਰ ਕਾਨੂੰਨੀ ਹੋਣ ਦੇ ਨਾਲ ਗੈਰ ਸਮਾਜੀ ਵੀ ਹੈ, ਕਿਉਂਕਿ ਤੁਸੀਂ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰ ਰਹੇ ਹੋ ਲੋਕਾਂ ਦਾ। ਮੈਂ ਪ੍ਰਵੀਨ ਜੀ ਇੱਕ ਪਿੰਡ 'ਚ ਰਹਿਣਾ ਜੀ, ਮੇਰਾ ਭਤੀਜਾ ਵੀ ਤੁਸੀਂ ਵੇਖਿਆ ਤੇ ਮੇਰਾ ਪੁੱਤ ਵੀ ਵੇਖਿਆ, ਉਹ ਹੁਣ ਜਵਾਨ ਹੋ ਰਹੇ ਨੇ ਜੀ। ਬਿਲਕੁਲ ਬਿਲਕੁਲ। ਅਸੀਂ ਐਕਸਟਰਾ ਟਾਈਮ ਲਾਉਨੇ ਆ, ਸੱਚ ਜਾਣਿਓ, ਜਾਗਦਾ ਹੋਵੇ ਤੇ ਮੈਂ ਰਾਤ ਨੂੰ ਥੱਲੇ ਉਤਰ ਕੇ ਆਪਦਾ ਸਾਰੀ ਦਿਹਾੜੀ ਦਾ ਕੰਮ ਖਤਮ ਕਰਕੇ ਅੱਧਾ ਘੰਟਾ ਉੱਥੇ ਗੱਲਾਂ ਕਰਦਾ, ਪੁੱਛਦਾ। ਬਿਲਕੁਲ ਨੀਂਦ ਨਹੀਂ ਆਉਂਦੀ ਮਾਪਿਆਂ ਨੂੰ ਜੀ। ਨਿੱਕੇ ਨਿੱਕੇ ਬੱਚਿਆਂ ਨੂੰ ਲਾਇਆ ਜਾ ਰਿਹਾ ਤੇ ਨਿੱਕੇ ਨਿੱਕੇ ਬੱਚੇ ਹੀ ਵੇਚ ਰਹੇ ਨੇ। ਹਾਂ, ਤਸਕਰੀ ਮੈਂ ਕਿਸੇ ਖਾਸ ਭਾਈਚਾਰੇ ਦਾ ਨਾਮ ਨਹੀਂ ਲਊਂਗਾ, ਮੈਂ ਆਰਥਿਕ ਤੌਰ ਤੇ ਪਛੜੇ ਕਹੂੰਗਾ, ਤੁਸੀਂ ਸਮਝ ਜਾਣਾ। ਉਹ ਬੱਚੇ ਸ਼ਾਰਟਕਟ ਬਣਾ ਰਹੇ ਨੇ, ਉਹ ਆਪ ਵੀ ਨਹੀਂ ਪੀਂਦੇ, ਉਹ ਜਿਹੜੇ ਆਰਥਿਕ ਤੌਰ ਤੇ ਸਮਰਿੱਧ ਨੇ। ਬਿਲਕੁਲ ਬਿਲਕੁਲ ਜੀ, ਬੱਚੇ ਤੇ ਵੀ ਕਰ ਰਿਹਾ। ਇਹ ਮੈਂ ਵੇਖਦਾ ਪਿਆ ਵਾਂ, ਇਹ ਮੈਂ ਸਮਝ ਲਓ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਿਹਾ, ਜ਼ਿੰਮੇਵਾਰੀ ਨਾਲ ਕਹਿ ਰਿਹਾ। ਤਾਂ ਮਤਲਬ ਕਿ ਇੱਕ ਸ਼ਾਰਟਕਟ ਜਦੋਂ ਬਣ ਜਾਂਦਾ ਨਾ, ਫਿਰ ਉਸ ਨੈਕਸਸ ਨੂੰ ਤੋੜਨਾ ਬਹੁਤ ਮੁਸ਼ਕਲ ਹੈ, ਫਿਰ ਤਾਂ ਆਪਣੇ ਘਰ ਬਚ ਜਾਣ ਤੇ ਬੜਾ ਵੱਡਾ ਕੰਮ ਆ। ਸੋ ਇਸ ਕਰਕੇ ਨਾ ਪੰਜਾਬ ਦੇ ਵਿੱਚ ਇਹ ਅਜੀਬ ਹੀ ਮਾਹੌਲ ਬਣ ਗਿਆ ਤੇ ਲੋਕ ਇਹ ਸੋਚ ਨਹੀਂ ਰਹੇ ਕਿ ਯਾਰ ਅਸੀਂ ਜ਼ਹਿਰ ਵੇਚ ਕੇ ਜਿਹੜਾ ਪੈਸਾ ਕਮਾ ਰਹੇ ਹਾਂ ਤਾਂ ਉਹ ਸਾਡੇ ਪੀੜ੍ਹੀਆਂ ਵਾਸਤੇ ਕਿਵੇਂ ਅੰਮ੍ਰਿਤ ਸਾਬਤ ਹੋਏਗਾ। ਬਿਲਕੁਲ ਜੀ, ਉਹ ਸਾਡੇ ਵਾਸਤੇ ਵੀ ਵਿਸ਼ ਹੀ ਰਹਿਣਾ ਹੈ ਨਾ। ਸੋ ਇਹ ਆ ਕਿ ਸ਼ਾਰਟਕਟ ਬਣ ਗਿਆ। ਤਾਂ ਇਹਦਾ ਇਹੀ ਹੈ ਕਿ ਡੈਟਰੈਂਸ ਕ੍ਰੀਏਟ ਹੋਵੇ ਤੇ ਕਾਰਵਾਈ ਜੈਨੂਇਨ ਹੋਵੇ। ਮੈਂ ਕਹਿੰਦਾ ਕਿ ਨਜਾਇਜ਼, ਉਹ ਨਜਾਇਜ਼ ਜਿਹੜੀ ਆ ਮਾੜੀ ਹੈ। ਮੈਂ ਜਿਵੇਂ ਤੁਹਾਨੂੰ ਸਾਰੇ ਕੇਸ ਦੱਸ ਦਿੱਤੇ ਐਗਜ਼ਾਮਪਲ ਦੇ ਕੇ ਕਿ ਬਾਈ ਜੇ ਕੋਈ 2 ਸਾਲ ਪਹਿਲਾਂ, ਸਾਲ ਪਹਿਲਾਂ ਛੱਡ ਗਿਆ, ਪਹਿਲਾਂ ਉਹਨੇ ਕੀਤਾ, ਇਹ ਨਾ ਹੋਵੇ ਕਿ ਚੱਕ ਕੇ ਤੁਸੀਂ ਉਹਦਾ ਵੀ ਬੇੜਾ ਗਰਕ ਕਰ ਦਿਓ। ਐਸਾ ਨਹੀਂ ਹੋਣਾ। ਪੋਲੀਟੀਕਲ ਵੈਂਡੇਟੇ ਦੇ ਆਧਾਰ ਤੇ ਤੁਸੀਂ ਸਿਆਸੀ ਬਿਲਕੁਲ ਦਰੁਸਤ ਕਿਹਾ ਤੁਸੀਂ ਕਿ ਉਹ ਵੀ ਸਿਆਸੀ ਵੀ ਮਾਰ ਪੈ ਜਾਂਦੀ ਹੈ ਨਾ, ਇਹ ਵੀ ਇੱਕ ਸਿਸਟਮ ਦੀ ਕਹਿ ਲਓ ਕਿ ਭੈੜ ਹੈ। ਹਾਂ ਬਿਲਕੁਲ, ਜੇ ਕਿਸੇ ਦੇ ਪਰਚਾ ਨਜਾਇਜ਼ ਹੋ ਸਕਦਾ ਤੇ ਮਿੰਟੂ ਜੀ ਇਹ ਤਾਂ ਕਿੱਡਾ ਔਖਾ ਕੰਮ ਆ ਕਰਨਾ ਤਾਂ। ਪਰ ਫਿਰ ਵੀ ਜਿਵੇਂ ਤੁਸੀਂ ਇੱਕ ਵਰਗ ਦਾ ਜ਼ਿਕਰ ਕੀਤਾ ਨਾ, ਇਹ ਹੈਗੀ ਹੈ ਗੱਲ ਕਿ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਲੋਕ ਨੇ, ਉਹਨਾਂ ਨੇ ਸਮਾਜਿਕ ਸੋਸ਼ਲ ਸਟੱਡੀ ਕੀਤੀ ਹੋਈ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਬੀਬੀਆਂ ਤੇ ਬੱਚਿਆਂ ਤੇ ਕੋਈ ਸ਼ੱਕ ਨਹੀਂ ਕਰਦਾ ਛੇਤੀ, ਤੇ ਲੋੜਵੰਦਾਂ ਨੂੰ ਬਕਾਇਦਾ ਭਾਲਦੇ ਰਹਿੰਦੇ ਨੇ ਪਿੰਡਾਂ ਦੇ ਵਿੱਚ। ਬਿਲਕੁਲ, ਉਹਨਾਂ ਨੂੰ ਪੈਸੇ ਦੀ ਜ਼ਰੂਰਤ ਆ। ਹਾਂਜੀ, ਤੇ ਕਈ ਚਲੋ ਹੁਣ ਗੱਲ ਨਿਕਲ ਗਈ ਤਾਂ ਬਹੁਤ ਦੂਰ ਤੱਕ ਜਾਣੀ, ਪਰ ਫਿਰ ਵੀ ਇਹ ਸਰਕਾਰਾਂ ਦੇ ਸਿਰ ਤੇ ਹੈ, ਸਰਕਾਰਾਂ ਨੂੰ ਸਖਤ ਕਦਮ ਚੁੱਕਣੇ ਚਾਹੀਦੇ। ਮਿੰਟੂ ਜੀ, ਜਿਹੜੇ ਜਿਨ੍ਹਾਂ ਦੇ ਬੱਚੇ ਨਾ 8-10 ਸਾਲ ਤੋਂ ਉੱਪਰ ਹੈ, ਜੇਕਰ ਸੱਚ ਜਾਣਦੇ, ਜਿਵੇਂ ਤੁਸੀਂ ਜ਼ਿਕਰ ਕੀਤਾ ਆਪਣੇ ਬੱਚਿਆਂ ਦਾ, ਉਹ ਸੌਂ ਨਹੀਂ ਰਹੇ। ਹਾਂਜੀ, ਤੁਸੀਂ ਪਰਿਵਾਰ ਹੋ ਮੇਰਾ, ਹਾਂਜੀ, ਉਹ ਸੌਂ ਨਹੀਂ ਰਹੇ ਮਿੰਟੂ ਜੀ ਰਾਤ ਨੂੰ, ਜਿਨ੍ਹਾਂ ਦੇ ਬੱਚੇ ਇਸ ਉਮਰ ਦੇ ਵਿੱਚ ਨੇ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਬਿਲਕੁਲ, ਉਹਨਾਂ ਨੂੰ ਇਹ ਲੱਗਦਾ ਅੱਜ ਦਾ ਦਿਨ ਲੰਘ ਗਿਆ ਯਾਰ, ਕੱਲ ਨੂੰ ਪਤਾ ਨਹੀਂ ਕੀ ਹੋਣਾ, ਕੋਈ ਪਤਾ ਨਹੀਂ ਕਿਹੜੇ ਪੱਤੇ ਨਾਲ ਵਾਹ ਪੈਣਾ ਸਾਡੇ ਜਵਾਕ ਦਾ। ਬਿਲਕੁਲ, ਤੁਸੀਂ ਸੱਚ ਜਾਣਦੇ ਹੋ। ਚਲੋ ਗੱਲਾਂ ਨਿਕਲੀਆਂ ਨੇ ਦਿਲ ਦੀਆਂ। ਅਸੀਂ, ਸਾਡੇ ਪਿੰਡ ਤੋਂ ਸ਼ਹਿਰ 14-15 ਕਿਲੋਮੀਟਰ ਦੂਰ ਹੈ ਤੇ ਅਸੀਂ ਬੱਚਿਆਂ ਨੂੰ ਬਕਾਇਦਾ ਉੱਥੇ ਇੱਕ ਬੰਦੇ ਦੀ ਡਿਊਟੀ ਲਾਈ ਹੈ। ਸਕੂਲੋਂ ਆਉਂਦੇ ਤੇ ਅਸੀਂ ਉੱਥੇ ਉਹਨਾਂ ਨੂੰ ਖੇਡਣ ਭੇਜ ਦਿੰਦੇ ਹਾਂ। ਬਿਲਕੁਲ ਬਿਲਕੁਲ, ਅਕੈਡਮੀ ਚ ਭੇਜ ਦਿੰਦੇ ਵੀ ਸ਼ਾਮ ਨੂੰ ਆਉਣ, ਰਾਤ ਨੂੰ ਆਉਣ, ਵੇਲ ਹੀ ਨਾ ਮਿਲੇ, ਫੁਰਸਤ ਹੀ ਨਾ ਮਿਲੇ, ਕਿਸੇ ਬੰਦੇ ਨਾਲ ਵਾਹ ਹੀ ਨਾ ਪਵੇ। ਇਹ ਜੇ ਨਾਲ ਜੇ ਵਾਹ ਪੈ ਗਿਆ ਤਾਂ ਫਿਰ ਤਾਂ ਪਤਾ ਹੀ ਨਹੀਂ ਕੀ ਬਣਨਾ। ਫਿਰ ਗਿਆ ਤੁਹਾਡਾ ਘਰ ਗਿਆ, ਤੁਸੀਂ ਨਹੀਂ ਬਚਾ ਸਕਦੇ। ਉਹ ਤੁਹਾਨੂੰ ਪਤਾ ਹੀ ਉਦੋਂ ਲੱਗੇਗਾ ਜਦੋਂ ਤੁਸੀਂ ਫਨਾਹ ਹੋ ਗਏ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ, ਜਲੰਧਰ ਵਾਲੀ ਕੋਠੀ ਤੇ ਕਹਿੰਦੇ ਛੱਡਣਗੇ, ਤੇ ਹੁਣ ਗਿੱਦੜਬਾਏ ਲੈਣਗੇ ਜਾਂ ਡੇਰਾ ਬਾਬਾ ਲੈਣਗੇ ਨਾਨਕ, ਤੇ ਜਾਂ ਫਿਰ ਬਰਨਾਲੇ। ਇਹਨਾਂ ਨੇ ਮੈਨੂੰ ਲੱਗਦਾ ਟਰੱਕ ਭਰ ਕੇ ਤੰਬੂਆਂ ਦਾ ਨਾਲ ਰੱਖਿਆ ਕਰਨਾ, ਇੱਕ ਪਿੰਡ ਚ ਇੱਕ ਗੱਡ ਦਿਆ ਕਰਨਗੇ ਕਿ ਯਾਰ ਕੇ ਇੱਥੇ ਰਿਹਾ ਕਰੂਗੇ। ਹਾਂਜੀ, ਉਹ ਚੱਬੇਵਾਲ ਤਾਂ ਭੁੱਲ ਹੀ ਗਿਆ ਸੀਗਾ, ਚੌਥਾ ਉੱਥੇ ਵੀ ਹੈ ਨਾ ਹੁਣ ਚੋਣ। ਹਾਂਜੀ ਹਾਂਜੀ, ਨਹੀਂ ਦੇਖੋ, ਜਲੰਧਰ ਵਾਲੀ ਕੋਠੀ ਤੇ ਨਹੀਂ ਛੱਡਦੇ, ਤੁਹਾਨੂੰ ਪਤਾ, ਨਹੀਂ ਤੇ ਜਨਤਕ ਤੌਰ ਤੇ ਬੜਾ ਇਹਨਾਂ ਨੂੰ ਘੇਰਾ ਪਵੇਗਾ। ਅਸਲ ਦੇ ਵਿੱਚ ਇਹ ਖਬਰ ਮਿਲ ਰਹੀ ਹੈ ਕਿ ਜਿਹੜੀ ਉਹ ਕੋਠੀ ਕਿਰਾਏ ਵਾਲੀ ਸੀਗੀ, ਤੇ ਉਸ ਕਿਰਾਏ ਵਾਲੀ ਕੋਠੀ ਨੂੰ ਛੱਡ ਕੇ ਹੁਣ ਬਾਰਾਂਦਰੀ ਜਲੰਧਰ ਦੇ ਵਿੱਚ, ਜਲੰਧਰੀਆਂ ਨੂੰ ਪਤਾ ਹੈ, ਤਾਂ ਉੱਥੇ ਇਹ ਸ਼ਿਫਟ ਹੋ ਸਕਦੇ ਆ, ਕਿਉਂਕਿ ਦੱਸਦੇ ਆ ਕਿ ਜਿਹੜੇ ਉੱਥੇ ਸਤਰਾ ਸਾਹਿਬ ਸਨ, ਜਿਹੜੇ ਡਿਪਟੀ ਕਲੈਕਟਰ,
ਤਾਂ ਉਹ ਉੱਥੋਂ ਮੈਨੂੰ ਲੱਗਦਾ ਕਿ ਬਦਲ ਗਏ। ਤਾਂ ਇਹ ਹਿਸਾਬ ਕਿਤਾਬ ਆ ਕਿ ਉੱਥੇ ਹੁਣ ਨਵੇਂ ਸਿਰੇ ਤੋਂ ਉਸਾਰੀ, ਆਰਜੀ ਸ਼ੈੱਡ, ਸਿਕਿਉਰਿਟੀ ਦੇ ਇੰਤਜ਼ਾਮਾਤ, ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹਨ ਤੇ ਕਿਆਸ ਅਜਿਹੇ ਨਹੀਂ ਕਿ ਉਸ ਕੋਠੀ ਨੂੰ ਛੱਡ ਕੇ ਹੁਣ ਮਾਨ ਸਾਹਿਬ ਇੱਧਰ ਆ ਸਕਦੇ ਆ। ਸੋ ਇਹ ਬੜੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਨਵੀਂ ਜੀ ਖਬਰ ਆ ਕਿ ਪਹਿਲਾਂ ਕੋਠੀ ਕਿਰਾਏ ਤੇ ਲਈ, ਹੁਣ ਇਹ ਤੇ ਹੈ ਨਹੀਂਗਾ ਕਿ ਜਲੰਧਰ ਚੋਂ ਮੂਵ ਹੋ ਜਾਣਗੇ, ਇਦਾਂ ਹੀ ਆ। ਇੱਕ ਵਾਰੀ ਉਹ ਸਰਕਾਰੀ ਕੋਠੀ ਚ ਆ ਜਾਣਗੇ, ਕਿਰਾਇਆ ਕਰੂਆ ਪੈਣੋਂ ਹਟ ਜਾਊਗਾ, ਸਰਕਾਰੀ ਰਹਿਸ਼ ਹੋ ਜਾਏਗੀ। ਕਿਤੇ ਲੰਘਦੇ ਟੱਪਦੇ ਮਿੱਤਰਾਂ ਕੋਲ ਤੇਰੀ ਯਾਦ ਪਈ, ਕਿਤੇ ਲੰਘਦੀ ਵੜਦੀ ਲੈ ਜਾਵੀਂ। ਗੱਲ ਇਹ ਆ ਕਿ ਉਥੇ ਕਿਤੇ ਲੰਘਦੇ ਵੜਦੇ ਇੱਕ ਅੱਧਾ ਦਿਨ ਠਹਿਰਾਇਆ ਕਰਨਗੇ ਕਿ ਲਓ ਜੀ ਜਲੰਧਰ ਵਾਲੇ ਤੁਹਾਡੇ ਨਾਲ ਵਾਅਦਾ ਕੀਤਾ ਸੀ। ਪਰ ਜੇ ਗੱਲ ਵਾਅਦੇ ਤੇ ਆਈ ਆ ਤੇ ਭਗਤ ਜੀ ਨਾਲ, ਭਗਤ ਜੀ ਤਾਂ ਕਹਿੰਦੇ ਨੇ ਕਿਆ ਹੁਆ ਤੇਰਾ ਵਾਅਦਾ, ਵਾਅਦਾ ਤੇ ਉਹਨਾਂ ਨਾਲ ਵੀ ਕੀਤਾ, ਯਾਦ ਕਰੋ ਨਾ। ਕੀਤਾ ਸੀ ਬਿਲਕੁਲ ਕੀਤਾ ਸੀ। ਹਾਂਜੀ ਜੀ ਬਿਲਕੁਲ। ਉਹ ਬਾਕੀ ਮਿੰਟ ਜੀ, ਉਹ ਜਿਵੇਂ ਆਪਾਂ ਸਾਰੇ ਹੀ ਚਲੋ ਪਿੰਡਾਂ ਦੇ ਵਿੱਚ ਭਾਈਚਾਰਾ ਵੀ ਹੁੰਦਾ ਨਾ ਇੱਕ, ਜਦੋਂ ਜਿਵੇਂ ਤੁਸੀਂ ਖਿਡਾਰੀ ਰਹੇ ਆ, ਖੇਡਦੇ ਰਹੇ ਆ, ਤੇ ਅਗਲਾ ਕਹਿੰਦਾ ਯਾਰ ਫਲਾਨਾ ਬੰਦਾ ਆਪਣੇ ਨਾਲ ਖੇਡਦਾ ਰਿਹਾ, ਫਲਾਨੇ ਥਾਂ ਆਪਣੀ ਠਹਿਰ ਹੈ, ਮਤਲਬ ਬੰਦਾ ਮਾਣ ਜਾ ਕਰਦਾ ਨਾ ਇੱਕ ਕਿ ਬਈ ਰਾਤ ਬਰਾਤੇ ਵੀ ਯਾਰ ਮਾਝੇ ਚ ਜਾਂ ਦੁਆਬੇ ਚ ਜਾਂ ਚੰਡੀਗੜ੍ਹ ਦੇ ਇਲਾਕੇ ਚ ਫਲਾਨਾ ਖਿਡਾਰੀ ਸੀ, ਫਲਾਨਾ ਸੀ। ਉਹ ਮੇਰਾ ਖਿਆਲ ਠਹਿਰ ਵਾਲੀ ਕੰਮ ਆ ਵੀ ਜਦੋਂ ਕਿਤੇ ਚਲੋ ਦੂਰ ਬੰਦਾ ਲੰਘ ਜਾਂਦਾ ਆਉਂਦੇ ਵੇ ਰਾਹ ਬਸ ਠਹਿਰਾ ਬਣਾ ਲੈਣਗੇ, ਇੱਕ ਦੁਆਬੇ ਚ, ਇੱਕ ਮਾਝੇ ਚ, ਇੱਕ ਮਾਲਵੇ ਚ, ਇੱਕ ਪੁਆਧ ਚ, ਤੇ ਪੱਕੀ ਮਿਲ ਜੂਗਾ ਕਿ ਬਾਈ ਠੀਕ ਹੈ। ਉਧਰ ਵੀ ਕਹਿ ਦਿੱਤਾ ਇੱਕ ਮੇਰੀ ਰਹਿਸ਼ ਹੈ, ਇੱਕ ਉਧਰ ਵੀ ਕਹਿ ਰਹਿਸ਼। ਤਾਂ ਅੱਗੇ ਵੀ ਮੈਂ ਗਿਣਾਈਆਂ ਸਨ ਤੁਹਾਨੂੰ, ਸਤੌੜ ਆ, ਸੰਗਰੂਰ ਆ, ਪਟਿਆਲੇ ਆ, ਮੋਹਾਲੀ ਵੀ ਇਹਨਾਂ ਦੀ ਕੋਠੀ ਹੁੰਦੀ ਸੀ, ਸ਼ਾਇਦ ਉਹ ਵੇਚਤੀ ਇਹਨਾਂ ਨੇ। ਇੱਕ ਯੂਐਸ ਚ ਵੀ ਘਰ ਹੁੰਦਾ ਸੀ, ਉਹਦੇ ਚ ਵੀ ਹਿੱਸੇਦਾਰ ਹੁੰਦੇ ਸੀ। ਮਤਲਬ ਕੋਈ ਸ਼ੱਕ ਹੋਵੇ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੇਰੇ ਕੋਲ ਡਾਕੂਮੈਂਟ ਵੀ ਸੀਗੇ ਜਦੋਂ ਇਹ ਹੁੰਦੇ ਸੀ। ਬਾਅਦ ਚ ਇਹਨਾਂ ਦਾ ਹਿੱਸਾ ਕੱਢ ਲਿਆ ਗਿਆ ਸੀ, ਬਾਅਦ ਚ ਹਿੱਸਾ ਕੱਢ ਲਿਆ ਸੀ। ਹਾਂਜੀ ਰਹਿਸ਼ਾਂ ਤਾਂ ਹੁਣ ਦੇਖੀ ਜਾਇਓ ਗਲੋਬ ਤੇ ਕਈ ਥਾਂ ਹੋਣਗੀਆਂ, ਇਹ ਤਾਂ ਗੱਲਾਂ ਚਲੋ ਢੱਕੀਆਂ ਹੀ ਆ ਜਾਂ ਜਿਹੜੀਆਂ ਪ੍ਰਤੱਖ ਤੌਰ ਤੇ ਹਾਂਜੀ ਜਿਹੜੀਆਂ ਪੱਤਰਕਾਰੀ ਦਾ ਰੌਲਾ ਹੀ ਹੈ ਨਾ, ਪੱਤਰਕਾਰੀ ਦਾ ਰੌਲਾ ਹੀ ਇਹ ਅਸਲ ਦੇ ਵਿੱਚ ਕਿ ਚੀਜ਼ਾਂ ਤੁਹਾਨੂੰ ਪਤਾ ਹੁੰਦੀਆਂ ਪਰ ਸਟੈਬਲਿਸ਼ ਕਰਨੀਆਂ ਔਖੀਆਂ, ਕਿਉਂਕਿ ਉਹ ਔਨ ਦੀ ਰਿਕਾਰਡ ਲੋਕਾਂ ਨੂੰ ਦੱਸਣੀਆਂ ਔਖੀਆਂ। ਇਸ ਕਰਕੇ ਤੁਹਾਨੂੰ ਲੱਗਦਾ ਕਿ ਚਲੋ ਸਹੀ ਸਮੇਂ ਤੇ ਢੁਕਵੀਂ ਗੱਲ ਕਹੀ ਜਾਵੇ ਤਾਂ ਚੰਗਾ ਹੈ। ਉਹ ਇੱਕ ਰਾਣੀ ਤੱਤ ਵਾਲਾ ਹਰਮਨ ਕਹਿੰਦਾ ਨਾ, ਢੱਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ, ਹਵਾ ਵਗੀ ਤੋਂ ਆਪੇ ਅੱਗੇ ਆਉਣਗੀਆਂ, ਉਹ ਗੱਲ ਹੈ। ਹਾਂਜੀ ਹਵਾ ਵਗੀ ਤੇਰੇ ਤਾਂ ਫਾਸੇ ਹੋ ਜਾਏਗਾ। ਅਗਲੀ ਗੱਲ ਕਰੀਏ, ਹਵਾ ਇੱਕ ਹੋਰ ਬੰਦੇ ਦੇ ਪੱਖ ਦੇ ਵਿੱਚ ਬੜੀ ਵਗਦੀ ਸੀ। ਸਰਕਾਰਾਂ ਗੋਡੇ ਟੇਕ ਕੇ ਮੱਥਾ ਟੇਕਦੀਆਂ ਸੀ, ਪਰ ਹੁਣ ਵੀ ਕੋਈ ਐਸ਼ੋ ਆਰਾਮ ਵਾਲੀ ਕੋਈ ਘਾਟ ਨਹੀਂ ਹੈ। ਸੌਦਾ ਸਾਧ ਫਿਰ ਪੈਰੋਲ ਦਿੱਤੀ ਗਈ ਜੀ, ਰੌਲਾ ਪੈ ਗਿਆ। ਦੇਖੋ ਰੌਲਾ ਜਿੰਨਾ ਮਰਜ਼ੀ ਪਈ ਜਾਵੇ ਪ੍ਰਵੀਨ ਜੀ, ਨਹੀਂ ਪਰਵਾਹ ਕਰਦੀਆਂ ਸਰਕਾਰਾਂ, ਨਹੀਂ ਪਰਵਾਹ ਕਰਦੇ। ਕਿਉਂ? ਕਿਉਂਕਿ ਦੇਖੋ ਕੋਰਟ ਨੇ ਆਪਣਾ ਕੰਮ ਕਰ ਦਿੱਤਾ ਜੀ ਕਿ ਭਾਈ ਤੁਸੀਂ ਜ਼ਿੰਮੇਵਾਰੀ ਨਾਲ ਦੇਖੋ, ਸੋਚ ਕੇ ਪੈਰੋਲ ਤੇ ਫੈਸਲਾ ਦਿਓ। ਤੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਸੋਚ ਰੱਖਿਆ ਸੂ, ਇਹਦੇ ਬਿਨਾਂ ਸਾਡਾ ਸਰਦਾ ਹੀ ਨਹੀਂ। ਸੋ ਗੱਲ ਇਹ ਆ ਕਿ ਜਦੋਂ ਸਿਆਸਤ ਜਿਹੜੀ ਹੈ ਨਾ, ਜਿਹਨੇ ਅਮਲ ਚ ਲਿਆਉਣਾ ਹੈ ਕਾਨੂੰਨ ਨੂੰ, ਕਾਨੂੰਨ ਮਾੜੇ ਨਹੀਂ ਹੁੰਦੇ, ਕਾਨੂੰਨ ਸਮਾਜ ਦੀ ਨਿਆਂ ਦੀ ਪੱਖਦਾਰੀ ਵਾਸਤੇ ਹੁੰਦੇ ਨੇ। ਪਰ ਹੁਣ ਜੇ ਲਾਗੂ ਕਰਾਉਣ ਵਾਲਾ ਪ੍ਰਵੀਨ ਜੀ ਬੇਈਮਾਨ ਹੋ ਜਾਵੇ, ਉਹ ਵੋਟਾਂ ਹੱਥੋਂ ਵਿਕ ਜਾਵੇ, ਕੱਲੀਆਂ ਵੋਟਾਂ ਨਹੀਂ ਵਿਕਦੀਆਂ, ਵੋਟਾਂ ਹੱਥੋਂ ਨੇਤਾ ਵੀ ਵਿਕਦੇ ਨੇ, ਜੀ ਸਿਸਟਮ ਵੀ ਵਿਕਦਾ। ਸੋ ਗੱਲ ਇਹ ਆ ਕਿ ਇਹ ਲੋਕ, ਇਹ ਬੇਈਮਾਨ, ਇਹ ਲੁੱਚੇ ਲੰਡੇ, ਇਹ ਵੋਟਾਂ ਹੱਥੋਂ ਵਿਕ ਗਏ ਨੇ। ਉਹਦੀ ਵੋਟ ਦੀ ਤਾਕਤ ਜੀ। ਹਨੀਪ੍ਰੀਤ ਦੀ ਇੱਕ ਆਰਐਸਐਸ ਦੇ ਬੜੇ ਉੱਚ ਕੋਟੀ ਦੇ ਲੀਡਰ ਦੇ ਨਾਲ ਨੇੜਤਾ, ਮੈਂ ਸ਼ਾਇਦ ਤੁਹਾਨੂੰ ਦੱਸਿਆ ਸੀ। ਹਾਂਜੀ ਜ਼ਿਕਰ ਕੀਤਾ। ਸਭ ਗੇਮ ਹਾਂਜੀ ਉਹਦੇ ਜ਼ਰੀਏ ਘੁੰਮਦੀ ਆ, ਸਭ ਕੁਝ ਉਸੇ ਜ਼ਰੀਏ ਹੁੰਦਾ ਹੈ। ਇਹਨਾਂ ਨੇ ਤਾਂ ਪੋਲੀਟੀਕਲ ਵਿੰਗ ਵੀ ਆਪਦਾ ਭੰਗ ਕਰ ਦਿੱਤਾ ਸੀ, ਇਤਮੀਨ ਕੇ ਫੈਸਲੇ ਹੀ ਹਨੀਪ੍ਰੀਤ ਲੈ, ਸਾਰਾ ਮਾਲਕ ਮੁਖਤਿਆਰ ਹਨੀਪ੍ਰੀਤ ਹੈ। ਮੈਨੇਜਮੈਂਟ ਕੀ ਡੇਰੇਦਾਰ ਦਾ ਪਰਿਵਾਰ ਤੇ ਇੱਥੋਂ ਚਲਾ ਗਿਆ। ਹਾਂਜੀ ਉਹ ਤਾਂ ਚਲਾ ਗਿਆ, ਉਹ ਤਾਂ ਕਿਸੇ ਦੂਜੇ ਮੁਲਕ ਚ ਰਹਿੰਦਾ ਜਾ ਕੇ, ਇੱਥੋਂ ਤਾਂ ਨਿਕਲ ਗਿਆ ਸੀ ਉਹ। ਤੇ ਜੋ ਡੇਰਾ ਮੁਖੀ ਦੀਆਂ ਕੁੜੀਆਂ ਨੇ, ਇੱਕ ਨੇ ਕਿ ਦੋ ਨੇ, ਜੋ ਟਵੀਟ ਕੀਤੇ ਸਨ, ਤੁਸੀਂ ਉਹਨਾਂ ਨੂੰ ਪੜ੍ਹ ਕੇ ਦੇਖ ਲਓ, ਸਾਰੀ ਕਹਾਣੀ ਜਾਗਰ ਹੁੰਦੀ ਹੈ। ਹਾਂਜੀ ਬਿਲਕੁਲ, ਚਿੱਠੀਆਂ ਦਾ ਵੀ ਰੌਲਾ ਪਿਆ। ਸੋ ਇਹ ਆ ਕਿ ਕੋਰਟ ਨੇ ਕਹਿ ਦਿੱਤਾ, ਉਹਨਾਂ ਨੇ ਦੱਸ ਦਿੱਤਾ ਕਿ ਸਾਡੀ ਤੇ ਬਈ ਪਹਿਲਾਂ ਹੀ ਸੋਚ ਬਣੀ ਹੋਈ ਆ। ਹੁਣ ਤੁਸੀਂ ਦੇਖੋ ਨਾ ਕਿ ਪਹਿਲੀ ਪੈਰੋਲ ਇਹਨੂੰ ਮਿਲਦੀ ਆ 20 ਚ, ਇੱਕ ਦਿਨ ਦੀ, ਕਰੋਨਾ ਕਾਲ ਚ, ਅਕਤੂਬਰ ਚ, ਵੀ ਇਹਦੀ ਮਾਂ ਬਿਮਾਰ ਹੈ। ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਮਾਂ ਨੂੰ ਕੁਝ ਨਹੀਂ ਹੋਇਆ,
ਸਿਰਫ ਤੇ ਸਿਰਫ ਇੱਕ ਪੈਰ ਧਰਾਵਾ ਕਰਨਾ ਸੀ। ਉਸ ਤੋਂ ਬਾਅਦ ਫਿਰ ਅਗਲੇ ਸਾਲ ਸ਼ਾਇਦ 1 ਦਿਨ ਦੀ ਪੈਰੋਲ ਦਿੱਤੀ ਜਾਂਦੀ ਤਾਂ ਫੜ ਲਓ। ਤਾਂ ਉਸ ਤੋਂ ਬਾਅਦ 22 ਦੇ ਵਿੱਚ 3-4 ਵਾਰੀ, ਫਿਰ 23-24, ਹੁਣ ਤਾਂ ਮੈਨੂੰ ਲੱਗਦਾ ਕਿ ਦਰਜਨ ਵਾਰ ਤੱਕ ਹੁਣ ਤੱਕ ਜੇ ਆਪਾਂ ਦੇਖੀਏ ਤਾਂ ਕੋਈ ਫੜ ਲਓ, ਕੋਈ ਛੁੱਟੀ। ਦੇਖੋ ਹੁਣ ਕਹਿਣ ਨੂੰ ਕਾਨੂੰਨ ਆਪਣੀ ਜਗ੍ਹਾ ਜੀ, ਕਾਨੂੰਨ ਕਹਿੰਦਾ ਕਿ ਪੈਰੋਲ ਤੇ ਜਾਂ ਉਮਰ ਕੈਦ ਤੇ ਫੈਸਲਾ ਸਰਕਾਰਾਂ ਲੈ ਸਕਦੀ। ਕੋਰਟ ਦਾ ਕੰਮ ਹੈ ਸਜ਼ਾ ਸੁਣਾਉਣੀ ਜੀ, ਬੰਦੇ ਨੂੰ ਕਦੋਂ ਕੱਢਣਾ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਨਾ, ਮੇਰੇ ਥੋੜੇ ਵਿਚਾਰ ਵੀ ਇਸ ਪੱਖ ਤੋਂ ਮੁਖਤਲਿਫ ਨੇ ਕਿ ਸਿੱਖ ਲੀਡਰ ਕੁਝ ਅਸਲ ਨਹੀਂ ਦੱਸੇ ਕਿ ਸਰਕਾਰਾਂ ਜਿਵੇਂ ਮੰਨ ਲਓ ਉਮਰ ਕੈਦ ਦੀ ਕੋਈ ਵੀ ਹੈ ਤਾਂ ਸਰਕਾਰਾਂ ਉਹਦੇ ਤੇ ਫੈਸਲਾ ਲੈਣ ਲਈ ਆਜ਼ਾਦ ਤਾਂ ਸਰਕਾਰਾਂ 'ਚ ਅਕਾਲੀ ਸਰਕਾਰ ਵੀ ਆਏਗੀ, ਕਾਂਗਰਸ ਸਰਕਾਰ ਵੀ ਆਏਗੀ ਤੇ ਆਮ ਆਦਮੀ ਪਾਰਟੀ ਸਰਕਾਰ ਵੀ ਆਏਗੀ। ਫਿਰ ਤੁਹਾਡੀ ਯਾਨੀ ਜਿਹੜੇ ਗੱਲਾਂ ਕਰਦੇ ਤਾਂ ਫਿਰ ਤੁਹਾਡੀ ਸਰਕਾਰ ਵੀ ਵਿੱਚ ਆਏਗੀ। ਇਹ ਨਹੀਂ ਹੁੰਦਾ ਵੀ ਤੁਸੀਂ ਸੱਤਾ ਦੇ ਸਿੰਘਾਸਨ ਤੇ ਬੈਠੇ ਰਹੋ ਤੇ ਤੁਹਾਨੂੰ ਸਰਕਾਰ 'ਚ ਵੀ ਨਾ ਗਿਣੇ ਕੋਈ। ਜੀ ਜੀ, ਬਿਲਕੁਲ ਬਿਲਕੁਲ ਦਰੁਸਤ ਆ, ਕਿਉਂਕਿ ਰਾਜਪਾਲ, ਰਾਸ਼ਟਰਪਤੀ, ਸੈਂਟਰ ਤੇ ਪੰਜਾਬ ਇਹਨਾਂ ਕੋਲ ਆਪੋ ਆਪਣੇ ਅਧਿਕਾਰ ਖੇਤਰ ਦੇ ਜਿਹੜੇ ਕੈਦੀ ਉਹਨਾਂ ਤੇ ਫੈਸਲੇ ਲੈਣ ਦੀ ਆਜ਼ਾਦੀ ਆ। ਠੀਕ ਹੈ ਜੀ, ਉਸ ਆਜ਼ਾਦੀ ਨੂੰ ਉਹ ਕੋਰਟ ਨਹੀਂ ਰੋਕ ਸਕਦਾ। ਕੋਰਟ ਨੇ ਇੰਨਾ ਕਹਿ ਦਿੱਤਾ ਕਿ ਤੁਸੀਂ ਜ਼ਿੰਮੇਵਾਰੀ ਨਾਲ, ਸਿਆਣਪ ਨਾਲ ਫੈਸਲਾ ਲਓ, ਉਹਨਾਂ ਨੇ ਲੈ ਲਿਆ। ਤਾਂ ਇਹਦਾ ਮਤਲਬ ਇਹ ਹੈ ਕਿ ਆਗਾਮੀ ਜਿਹੜੀ ਚੋਣ ਆ, ਇਹ ਸੌਦਾ ਸਾਧ ਨੇ ਇੱਕ ਵਾਰੀ ਫੇਰ ਸੌਦਾ ਉਹਨਾਂ ਨਾਲ ਕੀਤਾ ਹੋਏਗਾ ਕਿ ਮੈਨੂੰ ਇੰਨੇ ਕੁ ਦਿਨ ਦੀ ਛੁੱਟੀ ਦਿਓ, ਤੁਹਾਨੂੰ ਵੋਟਾਂ ਪਵਾ ਦਿਆਂਗੇ। ਬਸ ਆਹੀ ਆ, ਵੋਟਾਂ ਦਾ ਰੌਲਾ ਹੈ, ਹੋਰ ਕੁਝ ਨਹੀਂ ਹੈ। ਸੋ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਹਰਿਆਣੇ 'ਚ ਜੂਝ ਰਹੀ ਆ, ਬਹੁਤ ਇਹਨਾਂ ਦੀ ਦਾਲ ਪਤਲੀ ਆ। ਆਉਣ ਵਾਲੇ ਸਮੇਂ 'ਚ ਦਾਲ ਜਿਹੜੀ ਆ ਤੌੜੀ ਤੋਂ ਬਾਹਰ ਵੀ ਤੁਹਾਨੂੰ ਸ਼ਾਇਦ ਵਿਖਾਈ ਦੇਵੇਗੀ। ਸੋ ਇਸ ਵਾਸਤੇ ਇਹਨੂੰ ਲੈ ਆਇਆ, ਫੇਰ ਲੈ ਆਇਆ। ਤੇ ਤੁਸੀਂ ਦੇਖੋ ਕਿ ਕੋਰਟ ਨੇ ਜਦੋਂ ਇਹ ਗੱਲ ਕਹੀ ਆ, ਉਹ ਤੋਂ ਕੁਝ ਘੰਟਿਆਂ ਬਾਅਦ ਹੀ, ਯਾਨੀ 2-3 ਦਿਨ ਹੀ ਹੋਏ ਨੇ ਕਿਹਾ ਨੂੰ, ਉਹਨਾਂ ਨੇ ਕਰਕੇ ਮਨਜ਼ੂਰ ਛੁੱਟੀ ਪਰਾਂ ਮਾਰੀ ਹੈ, ਜਾ ਵੀ ਬਾਗਪਤ ਜਾ ਕੇ ਬਹਿ ਜਾ। ਜੀ ਜੀ, ਬਿਲਕੁਲ। ਤੇ ਗੱਲ ਕਰੀਏ ਸੀਐਮ ਸਾਹਿਬ ਦੀ, ਕੈਪਟਨ ਦੀ ਕੁੜੀ ਤੇ ਕੋਈ ਤੰਜ਼ ਕੱਸਿਆ ਜੀ ਇਹਨਾਂ ਨੇ? ਨਹੀਂ ਚਾਹੀਦਾ ਕੈਪਟਨ ਦੀ ਕੁੜੀ ਤੇ ਤੰਜ਼, ਚਲੋ ਠੀਕ ਆ, ਸਿਆਸਤ ਦੇ ਵਿੱਚ ਇੱਕ ਦੂਜੇ ਤੇ ਤੰਜ਼ ਕੱਸੇ ਜਾਂਦੇ ਆ, ਪਰ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਨਾ ਕਦੇ ਕਦੇ ਥਿੜਕ ਜਾਂਦੇ ਆ, ਮਾਫ ਕਰਨਾ ਵੱਡਾ ਸ਼ਬਦ ਕਹਿ ਰਹੇ ਹਨ, ਪਰ ਅਹੁਦਾ ਵੀ ਵੱਡਾ। ਜਦੋਂ ਵੱਡਾ ਅਹੁਦਾ ਵੱਡੀਆਂ ਗਲਤੀਆਂ ਕਰੇ ਤੇ ਮੇਰੇ ਖਿਆਲ ਦੇ ਨਾਲ ਠੀਕ ਨਹੀਂ। ਉਹ ਗਲਤੀ ਇਹ ਮੈਂ ਨਹੀਂ ਕਹੂੰਗਾ, ਇਹ ਤੇ ਅੱਗੋਂ ਹੁਣ ਅਮਰਿੰਦਰ ਸਿੰਘ ਦੀ ਫੈਮਿਲੀ ਜਵਾਬ ਦੇ ਸਕਦੀ, ਪਰ ਮੇਰੀ ਜਾਚੇ ਕਿ ਧੀ ਭੈਣ ਦੀ ਆਪਾਂ ਹਮੇਸ਼ਾ ਇੱਜ਼ਤ ਕਰਦੇ ਹਾਂ। ਤਾਂ ਇੱਜ਼ਤ ਆਪਾਂ ਦੇਖਿਆ ਨਾ ਇਹਨਾਂ ਨੇ ਕਿਸ ਤਰ੍ਹਾਂ ਦੀ ਹਰਸਿਮਰਤ ਕੌਰ ਬਾਦਲ ਨੂੰ ਦਿੱਤੀ ਸੀ ਜਦੋਂ ਇਹ ਟਰੋਲ ਆਰਮੀ ਆਪੋਜੀਸ਼ਨ 'ਚ ਸੀ। ਤਾਂ ਗੱਲ ਇਹ ਆ ਕਿ ਇਹਨਾਂ ਨੇ ਅੱਜ ਕਿਹਾ ਕਿ ਕੈਪਟਨ ਦੀ ਧੀ ਆ ਜਿਹੜੀ ਜੈਇੰਦਰ ਕੌਰ, ਉਹ ਅਖੇ ਉਹਨੇ ਕਹਿਣਾ ਸੀ ਕਿ ਸ਼ਹਿਰ ਦੇ ਵਿਕਾਸ ਵਾਸਤੇ ਮੇਰੇ ਪਿਤਾ ਨੇ 144 ਕਰੋੜ ਦਿੱਤੇ ਆ, ਤੇ ਉਹ ਕਹਿੰਦੇ ਕਿ ਮੇਰੇ ਫਾਦਰ ਨੇ 144 ਕਰੋੜ ਦਿੱਤੇ ਆ। ਅੱਛਾ, ਠੀਕ ਹੈ ਬਈ, ਤੁਸੀਂ ਸੁਣਿਆ ਹੋਵੇ ਤਾਂ ਮੈਨੂੰ ਦੱਸ ਦੇਣਾ, ਮੈਂ ਤੇ ਅੱਜ ਤੱਕ ਸੁਣਿਆ ਨਹੀਂ। ਜਿਹਨੂੰ 100 ਦਾ ਪਤਾ ਹੋਵੇ ਤੇ 44 ਦਾ ਨਾ ਪਤਾ ਹੋਵੇ, 100 ਤੱਕ ਦੀ ਗਿਣਤੀ ਤਦ ਆਏਗੀ ਜੇ 44 ਵਿੱਚ ਉਹਨੂੰ ਯਾਦ ਹੋਵੇ। ਕਿਹੜਾ ਪੰਜਾਬੀ ਹੈ ਜਿਹਨੂੰ ਮਤਲਬ ਕਿ ਜੰਮੇ ਜਾਏ ਨੂੰ ਇੱਥੇ ਇਹ ਹੀ ਨਾ ਆਉਂਦਾ ਹੋਵੇਗਾ। ਚਲੋ ਜੇ ਨਹੀਂ ਵੀ ਤੇ ਕਹਿ ਵੀ ਦਿੱਤਾ, ਕਿੱਡੀ ਕੁ ਗੱਲ ਆ। 44 ਆਪਾਂ ਵੀ ਕਹਿ ਦਿੰਦੇ ਆ ਨਾ ਜੀ ਕਈ ਵਾਰ। ਹੁਣ ਤੁਸੀਂ ਵੀ ਅੱਧੇ ਅੰਗਰੇਜ਼ ਬਣੇ ਹੀ ਹੋ, ਤੁਹਾਡੇ ਮੂੰਹ ਵੀ ਕਿੰਨੇ ਸ਼ਬਦ ਨਿਕਲ ਜਾਂਦੇ ਹੋਣੇ, ਬੋਲ ਚਾਲ ਹੁੰਦਾ, ਨਾਲੇ ਪਤਾ ਹੁੰਦਾ ਵੀ ਨਾਲੇ ਪਤਾ ਹੁੰਦਾ। ਹਾਂਜੀ, ਮੈਂ ਕਿੰਨੇ ਤੁਹਾਡੇ ਨਾਲ ਰਹਿ ਕੇ ਮੈਂ ਕਿੰਨੇ ਬੋਲਣ ਲੱਗ ਗਿਆ, ਨਹੀਂ ਤੇ ਮੈਨੂੰ ਕਿੱਥੇ ਆਉਂਦੇ ਸੀ, ਚੜ ਜਾਂਦੇ ਆ। ਚਲੋ ਜੇ ਬੋਲ ਵੀ ਦਿੱਤਾ ਤੇ ਇੰਨੀ ਲਾ ਕੇ ਗੱਲ ਕਰਦੀ। ਅੱਛਾ, ਫਿਰ ਟਾਈਮ ਦੇਖੋ ਕਿ ਤੁਸੀਂ ਨਿਯੁਕਤੀਆਂ ਪੱਤਰ ਬਣ ਰਹੇ। ਅੱਛਾ, ਇੱਥੇ ਵੀ ਮੇਰਾ ਇੱਕ ਸਵਾਲ ਹੈ ਕਿ ਨਿਯੁਕਤੀਆਂ ਕੀ ਇਸੇ ਰਾਜ 'ਚ ਹੋਈਆਂ ਨੇ? 400 ਬੰਦਾ ਨਿਯੁਕਤ ਕੀਤਾ ਪਟਵਾਰੀ, ਤੇ ਤੁਸੀਂ ਉਹਨੂੰ ਵੀ ਇੱਕ ਈਵੈਂਟ 'ਚ ਬਦਲ ਦਿੱਤਾ ਕਿ ਖੜਾ ਹੋ ਜੀ, ਉਹ ਗੱਲ ਦੱਸਦਾ ਜੀ ਪੈਸੇ ਦਿੱਤੇ ਤੋਂ ਬਗੈਰ ਲੋਕ ਬਾਹਰੋਂ ਇੱਧਰ ਨੂੰ ਆ ਰਹੇ ਆ, ਫਲਾਹ ਹੋ ਰਿਹਾ, ਟਮਕਾ ਹੋ ਰਿਹਾ। ਯਾਨੀ ਇੱਕ ਪੂਰਾ ਮੋਦੀ ਮਾਡਲ ਤੁਹਾਨੂੰ ਦੇਖ ਈਵੈਂਟ ਬਣਾ ਦਿੱਤਾ ਜਾਂਦਾ। ਚਲੋ ਬਣਾ ਲਿਆ ਤੁਸੀਂ, ਉਹਦੇ 'ਚ ਫਿਰ ਤੁਸੀਂ ਉਹਨਾਂ ਬੰਦਿਆਂ ਨੂੰ, ਉਹਨਾਂ ਬੱਚਿਆਂ ਨੂੰ ਜਿਹੜੇ ਨੌਕਰੀ ਤੇ ਲੱਗੇ, ਉਹਨਾਂ ਨੂੰ ਮੋਟੀਵੇਟ ਕਰੋ ਤੇ ਅੱਛਾ ਹੋਏ, ਉਹਨਾਂ ਨੂੰ ਸੇਧ ਦਿਓ ਤੇ ਅੱਛਾ ਹੋਏਗਾ। ਕੀ ਉੱਥੇ ਜੈਇੰਦਰ ਕੌਰ, ਅਕਾਲੀ ਦਲ ਦੀ ਹਾਲਤ, ਇਹ ਚੀਜ਼ਾਂ ਠੀਕ ਨਹੀਂ ਹੈ। ਅੱਛਾ, ਫਿਰ ਤੁਸੀਂ ਚਲੋ ਇਹ ਗੱਲਾਂ ਬਹੁਤ ਸਿਆਣੀਆਂ ਕਰਦੇ, ਕਈ ਵਾਰ ਵੱਡੀਆਂ ਗੱਲਾਂ ਕਰਨ ਦਾ ਠੀਕ ਹੈ, ਇਹਨਾਂ ਨੂੰ ਹੱਕ ਵੀ ਆ। ਅੱਜ ਇਹਨਾਂ ਨੇ ਇੱਕ ਨਾ ਹਵਾਲਾ ਦਿੱਤਾ, ਕਹਿੰਦੇ ਕਿ ਥਾਮਸ ਐਡੀਸਨ ਦੀ ਫੈਕਟਰੀ ਨੂੰ ਅੱਗ ਲੱਗ ਗਈ ਸੀ। ਠੀਕ ਹੈ, ਉਹਦੀ ਇੰਸ਼ੋਰੈਂਸ ਹੈ ਨਹੀਂ ਸੀ, ਇੰਸ਼ੋਰੈਂਸ ਹੈ ਨਹੀਂ ਸੀ,
ਪਰ ਉਹਨੇ ਹੱਸ ਕੇ ਪੱਟ ਤੇ ਹੱਥ ਮਾਰ ਕੇ ਆਖਿਆ ਕਿ ਮੇਰੀ ਸਾਰੀ ਉਮਰ ਦੀਆਂ ਗਲਤੀਆਂ ਸੜ ਗਈਆਂ ਤੇ ਮੈਂ ਹੁਣ ਨਵੀਂ ਸ਼ੁਰੂਆਤ ਕਰੂੰਗਾ। ਇਹ ਕਹਾਣੀ ਅੱਗ ਲੱਗਣ ਤੱਕ ਦੀ ਸੱਚੀ ਹੈ। ਪ੍ਰਵੀਨ ਜੀ, ਵਿਗਿਆਨੀਆਂ ਦੀ ਪ੍ਰਯੋਗਸ਼ਾਲਾ ਹੁੰਦੀ ਹੈ, ਲੈਬ ਸੀ ਉਹ ਅਮਰੀਕਾ ਦੇ ਵਿੱਚ। ਤੁਸੀਂ ਗੂਗਲ ਕਰ ਲਓ, ਮੇਰੇ ਕੋਲ ਮੈਂ ਕਾਗਜ਼ ਕੱਢੇ ਫਿਰ ਉਸ ਕੇਸ ਤੇ। ਅੱਛਾ, ਕਿਉਂਕਿ ਮੈਨੂੰ ਪਤਾ ਹੈ ਮਾਨ ਸਾਹਿਬ ਬਹੁਤ ਗਲਤ ਤੱਥ ਪੇਸ਼ ਕਰ ਜਾਂਦੇ ਆ ਕਿ ਫਲਾਣੇ ਖਿਡਾਰੀ ਦਾ ਪਸੀਨਾ ਵਿਕਦਾ ਹੈ। ਤੁਸੀਂ ਐਮਾਜ਼ੋਨ ਤੇ ਫਲਿੱਪਕਾਰਟ ਤੇ ਕਿੱਥੇ ਜਾ ਕੇ ਦੇਖ ਲਓ, ਕਿੱਥੇ ਵਿਕਦਾ, ਕਿਸੇ ਨੇ ਖਰੀਦਿਆ ਅੱਜ ਤੱਕ? ਅੱਛਾ, ਅਰਮੀਨੀਆ ਦੇ ਵਿੱਚ ਐ ਜੀ, ਉਹ ਅਰਮੀਨੀਆ ਦੀ ਪਰ ਕੈਪੀਟਾ ਸਾਡੇ ਨਾਲੋਂ ਤਾਂ ਕਿਤੇ ਗਾਂ ਆ, ਉਹਨਾਂ ਦੀ ਤਾਂ ਆਰਥਿਕ ਵਧੀਆ। ਦੁਬਈ ਦੇ ਵਿੱਚ ਸ਼ੇਖਾਂ ਦੇ ਊਠ ਚਾਰਦੇ ਆ ਜੀ ਪੰਜਾਬੀ। ਐਸੀਆਂ ਵਾਹੀਆਤ ਗੱਲ। ਅੱਛਾ, ਉਸ ਕੇਸ ਤੇ ਮੈਂ ਕਾਗਜ਼ ਕੱਢੇ ਸਾਰੇ, ਉੱਥੇ ਪਏ ਨੇ, ਤੁਸੀਂ ਗੂਗਲ ਕਰ ਲੈਣਾ। ਤੇ ਉਹ ਅਮਰੀਕਾ ਦੇ ਵਿੱਚ ਦਸੰਬਰ 14 ਚ ਵਾਪਰਿਆ ਸੀ। ਪਹਿਲੀ ਗੱਲ, ਉਹ ਲੈਬ ਸੀ। ਲੈਬ ਉਦੋਂ ਜਿਹੜੀ ਉਮਰ ਸੀ ਥਾਮਸ ਐਡੀਸਨ ਦੀ, ਉਹ ਕਾਫੀ ਹੋ ਚੁੱਕੀ ਸੀ ਜੀ, ਠੀਕ ਹੈ। ਉਦੋਂ ਤੱਕ ਉਹਨਾਂ ਨੇ 1093 ਪੇਟੈਂਟ ਕਰਵਾਏ ਨੇ ਕੁੱਲ। ਉਦੋਂ ਤੱਕ ਬਹੁਤ ਕੁਝ ਹੋ ਚੁੱਕਾ ਸੀ। ਬਿਲਕੁਲ ਗੱਲ ਸਹੀ ਆ। ਅੱਗ ਲੱਗੀ, ਕਹਿੰਦੇ ਜੀ ਉਹਦੇ ਕੋਲ ਇੰਸ਼ੋਰੈਂਸ ਨਹੀਂ ਸੀ। ਪਹਿਲੀ ਗੱਲ ਹੈ, ਐਡੀਸਨ ਦੇ ਮੁੰਡੇ ਨੇ 1961 ਚ ਆ ਕੇ, ਚਾਰਲਸ ਉਹਦਾ ਨਾਮ ਸੀ, ਮੈਂ ਕਾਗਜ਼ ਪੜ੍ਹੇ, ਮੈਂ ਹੁਣ ਮੈਂ ਮੂੰਹ ਜ਼ਬਾਨੀ ਬੋਲ ਰਿਹਾ ਇਸ ਵੇਲੇ, ਮੇਰੇ ਕੋਲ ਨਹੀਂ ਹੈਗੇ ਡਾਕੂਮੈਂਟ, ਮੈਂ ਦੁਪਹਿਰੇ ਪੜ੍ਹੇ ਸੀਗੇ, ਮੈਂ ਕਿਤੇ ਗੱਲ ਕਰਕੇ ਆਇਆ ਸੀਗਾ, ਉਹਦੇ ਹਵਾਲੇ ਨਾਲ ਕਹਿ ਰਿਹਾ। ਚਾਰਲਸ ਨੇ 1961 ਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਜਦੋਂ ਅੱਗ ਲੱਗ ਗਈ ਲੈਬ ਚ, ਕੱਲੀ ਲੈਬ ਚ ਨਹੀਂ ਸੀ ਲੱਗੀ, ਹੋਰ ਵੀ ਆਸੇ ਪਾਸੇ ਬਹੁਤ ਵੱਡੀ ਅੱਗ ਲੱਗ ਗਈ ਸੀ। ਅਗਨੀਕਾਂਡ ਹੈ, ਤੁਸੀਂ ਤੁਹਾਨੂੰ ਫੋਟੋਆਂ ਮਿਲ ਜਾਣੀਆਂ ਨੇ, ਹੁਣੇ ਮਿਲ ਜਾਣੀਆਂ ਜਦੋਂ ਤੁਸੀਂ ਗੈਲਰੀ ਚ ਜਾਓ ਤਾਂ ਬਈ। ਅੱਛਾ, ਉਹ ਕਹਿੰਦਾ ਕਿ ਉਹਨੇ ਮੈਨੂੰ ਆਵਾਜ਼ ਮਾਰੀ ਸੀ, ਉਸ ਵੇਲੇ ਮੈਂ 24 ਕੁ ਸਾਲ ਦਾ ਸੀ। ਜੇ ਮੁੰਡਾ 24 ਸਾਲ ਦਾ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਕਿੰਨੇ ਚਿਰ ਦਾ ਹੋਏਗਾ ਜੀ। ਇਹਦਾ ਮਤਲਬ ਕਿ ਉਦੋਂ ਤੱਕ ਬਹੁਤ ਸਾਰਾ ਕੰਮ ਉਹ ਕਰ ਚੁੱਕਾ ਸੀ ਆਪਣੀ ਜ਼ਿੰਦਗੀ ਦਾ। ਅੱਛਾ, ਸੁਣੋ ਅੱਗੇ ਉਹਦਾ ਕੀ ਕਹਿਣਾ ਸੀ। ਉਹਨੇ ਕਿਹਾ ਕਿ ਭਾਵੇਂ ਮੈਂ 67 ਸਾਲ ਦਾ ਸੀ ਇਸ ਵੇਲੇ, ਉਹਦੀ ਕੋਟੇਸ਼ਨ ਤੁਹਾਨੂੰ ਮੈਂ ਦੱਸਦਾ, ਜਿਹੜੀ ਕੋਟੇਸ਼ਨ ਵਰਤੀ ਜਾਂਦੀ ਹੈ, ਬੇਸ਼ੱਕ ਮੈਂ ਭਾਵੇਂ ਮਤਲਬ ਕਿ 67 ਸਾਲ ਦਾ ਹੈ, ਪਰ ਮੈਂ ਕੱਲ ਤੋਂ ਫਿਰ ਸ਼ੁਰੂਆਤ ਕਰਨ ਜਾ ਰਿਹਾ। ਆਹ ਬੋਲ ਸੀਗੇ ਜੀ। ਤੁਸੀਂ ਦੇਖੋ ਕਿ ਫਿਰ ਇੰਸ਼ੋਰੈਂਸ ਦਾ ਸ਼ਾਇਦ 1/3 ਮਿਲ ਗਿਆ ਸੀ। ਇਟ ਮੀਨ ਕਿ ਇੰਸ਼ੋਰੈਂਸ ਹੋਈ ਸੀ। ਤੁਸੀਂ ਇੱਕ ਗੱਲ ਕਰਨ ਚ ਕਿੰਨੀ ਤੱਥਹੀਣ ਬਿਆਨਬਾਜ਼ੀ ਕਰ ਰਹੇ ਹੋ ਜੀ। ਮਤਲਬ ਕਿ ਗੱਲ ਨੂੰ ਸਹੀ ਢੰਗ ਨਾਲ ਪੇਸ਼ ਕਰੋ। ਬਸ ਉਹੀ ਮੈਂ ਤੁਹਾਨੂੰ ਦੱਸ ਦਿੰਦਾ, ਇਹਨਾਂ ਦੇ ਇਹ ਨਾ ਸਾਰਾ ਦਿਨ ਉੱਥੇ ਵਿਹਲੇ ਬੈਠੇ ਫੇਸਬੁੱਕ ਦੇਖਿਆ, ਜਾਂ ਇਹਨਾਂ ਦੀ ਟੀਮ ਆ, ਇਧਰੋਂ ਗੱਲ ਆ ਗਈ ਉਧਰੋਂ ਗੱਲ ਆ ਗਈ, ਉਹ ਬਸ ਦਿਮਾਗ ਦੀ ਰੀਲ ਚ ਚੜਾ ਦੇਣੀ ਕਿ ਬੋਲਣੀ ਹੈ, ਧੱਕੇ ਨਾਲ ਬੋਲਣੀ। ਜਦੋਂ ਧੱਕੇ ਨਾਲ ਬੋਲਦੇ ਹੋ ਤਾਂ ਕਿੱਡੀ ਹਾਸੋਹੀਣ ਗੱਲ ਹੈ ਕਿ ਸਾਡਾ ਮੁੱਖ ਮੰਤਰੀ ਐਡੀਸਨ ਦੀ ਲੈਬ ਨੂੰ ਫੈਕਟਰੀ ਦੱਸ, ਫੈਕਟਰੀ ਕਾਰਖਾਨਾ ਇਹ ਵੱਖਰੀਆਂ ਚੀਜ਼ਾਂ, ਉਹਦੀ ਪ੍ਰਯੋਗਸ਼ਾਲਾ ਸੀ ਲੈਬ ਜਿਸ ਨੂੰ ਆਪਾਂ ਕਹਿੰਦੇ। ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਸੋ, ਤਾਂ ਚਲੋ ਇਹਨਾਂ ਦੀ ਮਰਜ਼ੀ ਆ, ਆਜ਼ਾਦ ਨੇ ਗੱਲਾਂ ਕਰਨ ਵਾਸਤੇ, ਪਰ ਗੱਲਾਂ 'ਚ ਦਮ ਹੋਣਾ ਚਾਹੀਦਾ। ਤੇ ਜਦੋਂ ਗੱਲਾਂ ਕਰੋ ਤੇ ਫਿਰ ਤੁਹਾਨੂੰ ਇੱਕ ਲਿਆਕਤ ਜ਼ਰੂਰ ਹੋਣੀ ਚਾਹੀਦੀ ਹੈ, ਲਿਹਾਜ਼ ਜ਼ਰੂਰ ਹੋਣਾ ਚਾਹੀਦਾ ਕਿ ਤੁਹਾਡੇ ਹੇਠਾਂ ਇੱਕ ਕੁਰਸੀ ਵੀ ਹੈ। ਦੇਖੋ ਮਿੰਟੂ ਜੀ, ਸਿਆਣੇ ਕਹਿੰਦੇ ਪਿੰਡਾਂ ਦੇ ਵਿੱਚ, ਜਦੋਂ ਆਪਾਂ ਇੱਕ ਉਂਗਲ ਕਿਸੇ ਨਹੀਂ ਕਰਦੇ ਨੇ ਤੇ ਚਾਰ ਆਪਦੇ ਨਹੀਂ ਹੁੰਦੀਆਂ ਬੰਦੇ ਦੀਆਂ। ਤੇ ਇੱਕ ਕਹਾਵਤ ਹੋਰ ਵੀ ਹੈ ਵੀ ਦੂਜੇ ਨੂੰ ਗੱਲ ਕਹਿਣ ਤੋਂ ਪਹਿਲਾਂ ਕਾਹਤੋਂ ਗੱਲ ਵਿਚਾਰਦੇ ਨਹੀਂ, ਆਪਣੀ ਪੀੜ੍ਹੀ ਹੇਠਾਂ ਸੁੱਠਾ ਪਹਿਲਾਂ ਕਾਹਤੋਂ ਮਾਰਦੇ ਨੇ। ਸੋ ਆਪਾਂ ਕਿਸੇ ਦੀ ਧੀ ਨੂੰ ਤਾਂ ਕਹਿ ਰਹੇ ਹਾਂ, ਪਰ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨਾਂ ਦੇ ਵਿੱਚ, ਅੱਜ ਤੋਂ ਕੁਝ ਮਹੀਨੇ ਪਹਿਲਾਂ ਕੀ ਕੁਛ ਹੋਇਆ। ਸੋ ਆਪਾਂ ਉਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦੇ, ਪਰ ਠੀਕ ਹੈ, ਸਿਆਸਤ ਦਾ ਮਿਆਰ ਵੀ ਰੱਖ ਲਓ ਨਾ ਕੋਈ ਸਿਆਸਤ ਦਾ, ਕਿਉਂ ਐਵੇਂ ਵਿੱਚ ਪਰਿਵਾਰਾਂ ਨੂੰ ਜਾਂ ਬੀਬੀਆਂ ਨੂੰ ਤੇ ਆਪਦੇ ਜਵਾਕਾਂ ਨੂੰ ਸਿਆਣਨ ਤੋਂ ਇਨਕਾਰ ਕਰ ਦਿੰਦੇ ਨੇ। ਜੇ ਇਹਨਾਂ ਗੱਲਾਂ ਤੇ ਆਉਣਗੇ ਤਾਂ ਗੱਲਾਂ ਫਿਰ ਉਹੀ ਗੱਲ ਆ ਨਾ ਵੀ ਜਦੋਂ ਇੱਕ ਉਂਗਲ ਕਿਸੇ ਨੇ ਕਰੋਗੇ, ਫਿਰ ਚਾਰ ਤੁਹਾਡੇ ਨਹੀਂ ਆਪ ਹੀ ਆ ਜਾਣੀਆਂ, ਆਟੋਮੈਟਿਕਲੀ ਆ ਜਾਣੀਆਂ, ਲੋਕਾਂ ਨੇ ਕਰ ਹੀ ਦੇਣੀਆਂ। ਜੀ ਬਿਲਕੁਲ ਦਰੁਸਤ ਹੈ ਤੁਹਾਡੀ। ਇਹ ਤੇ ਅੱਜ ਇੱਕ ਹੋਰ ਕਹਿਣ ਡਿਆ ਸੀ ਐਲਨ ਮਸਕ ਨੇ, ਤੁਸੀਂ ਬਈ ਸਰਚ ਕਰ ਲਿਓ ਤੇ ਮੈਨੂੰ ਜ਼ਰੂਰ ਇਨਫੋਰਮ ਕਰਿਓ। ਉਹ ਤਾਂ ਮੈਨੂੰ ਪਤਾ ਨਹੀਂ, ਮੈਂ ਪੁਸ਼ਟੀ ਨਹੀਂ ਕਰ ਸਕਦਾ। ਉਹ ਕਹਿੰਦੇ ਜੀ ਐਲਨ ਮਸਕ ਦੀ ਇੱਕ ਕਰਮਚਾਰੀ ਨੇ ਅਸਤੀਫਾ ਦਿੱਤਾ ਤੇ ਉਹਨੇ ਅੱਗੋਂ $1 ਲੱਖ ਫੜਾਤਾ। ਉਹ ਕਹਿੰਦਾ ਕਿ ਸਾਰੀ ਦੁਨੀਆ ਘੁੰਮਿਆ, ਉਹ ਘੁੰਮ ਕੇ ਆ ਗਈ, ਸਾਰੀ ਦੁਨੀਆ ਘੁੰਮ ਕੇ ਆ ਗਈ, ਸਾਰੀ ਦੁਨੀਆ $1 ਲੱਖ ਚ ਘੁੰਮ ਕੇ ਆ ਗਈ। ਕਿੰਨਾ ਟਾਈਮ ਲੱਗਿਆ ਨਹੀਂ ਦੱਸਿਆ ਇਹਨਾਂ ਨੇ। 1 ਮਹੀਨੇ ਚ ਆ ਗਈ, 1 ਹਫ਼ਤੇ ਚ ਆ ਗਈ, 1 ਸਾਲ ਚ ਆ ਗਈ, 10 ਸਾਲ ਲੱਗੇ ਆ, 5 ਸਾਲ ਲੱਗੇ ਆ। ਦੁਨੀਆ ਕਿੱਥੋਂ ਕੁ ਤੱਕ ਦੀ ਸੀ ਜੀ। ਜੀ ਬਿਲਕੁਲ, ਇਹਨਾਂ ਨੇ ਮਤਲਬ ਕਿ ਵਾਸਕੋ ਡੀ ਗਾਮਾ ਕਰਤਾ ਪੇਸ਼। ਤਾਂ ਅੱਛਾ, ਕਹਿੰਦੇ ਜੀ, ਤਾਂ ਉਹਨੇ ਕਿਹਾ ਕਿ ਹਾਂ ਅਸਤੀਫਾ ਮਨਜ਼ੂਰ ਆ। ਉਹਨੇ ਆਖਿਆ ਜੇ ਅੰਕਲ ਤੂੰ ਅਸਤੀਫਾ ਹੀ ਮਨਜ਼ੂਰ ਕਰਨਾ ਸੀ ਤੇ ਮੈਨੂੰ ਫਿਰ
1 ਲੱਖ ਡਾਲਰ ਦੇ ਕੇ ਤੇ ਵਰਲਡ ਟੂਰ ਤੇ ਭੇਜਣ ਦਾ ਕੀ ਤੁਕ ਸੀ। ਉਹਨੇ ਕਿਹਾ ਮੈਂ ਬਸ ਇਹ ਦੇਖ ਲਿਆ, ਪਿੱਛੋਂ ਆਫਿਸ 'ਚ ਕਿਸੇ ਨੇ ਪੁੱਛਿਆ ਹੀ ਨਹੀਂ ਬਸ ਤੇ ਤੇਰੀ ਇੱਥੇ ਜ਼ਰੂਰਤ ਹੀ ਨਹੀਂ। ਕਮਾਲ ਹੋ ਗਈ। ਐਲਨ ਮਸਕ ਨੇ ਕਿੱਥੇ ਕਿਹਾ? ਇਹ ਤੁਸੀਂ ਵੀਰ ਬਣ ਕੇ ਜ਼ਰੂਰ ਇਹ ਪਤਾ ਕਰੋ ਅੱਜ ਦੇ ਦਿਨ 'ਚ ਉਧਰ ਦਿਨ ਚੜਿਆ। ਇਹ ਵੀ ਸੋਸ਼ਲ ਮੀਡੀਆ ਤੇ ਚੱਕੀ ਚਕਾਈ ਹੈ ਜੀ, ਇਹ ਮੈਂ ਤੁਹਾਨੂੰ ਦੱਸ ਦਿੰਦਾ। ਸੋਸ਼ਲ ਚੱਕੀ ਚਕਾਈ ਹੈ, ਕਿਉਂਕਿ ਜਿਹੜੇ ਉਹ ਅੱਜ ਕੱਲ ਬਿਜ਼ਨਸ ਨੂੰ ਪ੍ਰਮੋਟ ਕਰਦੇ ਨੇ ਜਾਂ ਮੋਟੀਵੇਸ਼ਨਲ ਸਪੀਕਰ ਹੈ, ਉਹ ਕਹਾਣੀਆਂ ਇਸ ਤਰ੍ਹਾਂ ਦੀਆਂ ਕਰਦੇ। ਹਾਂਜੀ, ਮੈਂ ਵੀ ਇੱਕ ਕਲਿੱਪ ਮੈਂ ਵੀ ਸੁਣੀ ਹੈ, ਮੈਨੂੰ ਤਾਂ ਯਾਦ। ਹਾਂਜੀ, ਬਸ ਮੈਂ ਤੁਹਾਨੂੰ ਦੱਸਿਆ ਇਹਨਾਂ ਨੇ ਇਹੀ ਕੰਮ ਛੋਇਆ, ਉਦਾਂ ਦੀ ਚੱਕ ਲੈਂਦੇ ਆ ਉਹ। ਬਸ ਕਦੀ ਕਿਸੇ ਬਿਜ਼ਨਸਮੈਨ ਨਾਲ ਕੋਈ ਜੋੜ ਦਿੰਦਾ ਹੋਊਗਾ, ਕਦੇ ਕਿਸੇ ਬਿਜ਼ਨਸਮੈਨ ਨਾਲ ਜੋੜ ਦਿੰਦਾ। ਹਾਂਜੀ, ਉਹ ਗੱਲ ਮਿੰਟੂ ਜੀ ਅਗਲਾ ਸੁਣਾਉਂਦਾ ਹੀ ਆਇਆ ਨਾ, ਜਿਹਨੂੰ ਜਿਵੇਂ ਢੁਕਵੀਂ ਲੱਗਦੀ ਉਵੇਂ ਸੁਣਾਉਂਦੇ ਆ। ਮੋਟੀਵੇਸ਼ਨਲ ਸਪੀਕਰ ਕਿਹੜਾ ਤੁਹਾਨੂੰ ਪਤਾ, ਫਿਰ ਉਹ ਕਲਾ ਨਾਲ ਹੀ ਸਪੀਕਰ ਬਣਿਆ ਜਾਂਦਾ, ਏਦਾਂ ਥੋੜ੍ਹਾ ਬਣਿਆ ਜਾਂਦਾ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।